ਤੇ ਮੇਰੇ ਉੱਤੋਂ ਜੀ ਟ੍ਰੇਨ ਲੰਘ ਗਈ ਸੀਗੀ। ਜਿੰਨਾ ਕਿ ਮੈਂ ਫਾਟਕ ਦੇ ਅੰਦਰ ਸੀ ਉਹਨਾਂ ਕੁ ਤਾਂ ਮੈਂ ਬਚ ਗਈ, ਜਿੰਨਾ ਮੈਂ ਬਾਹਰ ਸੀ ਉਹ ਵੱਢਿਆ ਗਿਆ ਜੀ। ਦੇਖੋ ਟਾਂਕੇ ਨਹੀਂ ਲਵਾਈ ਜੀ, ਤਾਂ ਕਰਕੇ ਇੰਨਾ ਛੋਟਾ ਹੋ ਗਿਆ, ਸਾਰਾ ਮਾਸ ਨਿਕਲ ਗਿਆ ਸੀ ਬਾਹਰ ਜੀ। ਫਿਰ ਜਦੋਂ ਮੈਂ ਬਾਥਰੂਮ ਜਾਣਾ ਹੁੰਦਾ ਮੈਂ ਕਹਿੰਦਾ ਵੀ ਗੇਟ ਖੋਲ ਦੋ, ਫਿਰ ਐਂ ਕਹਿੰਦੇ ਤੂੰ ਸਾਨੂੰ ਮਾਰ ਦੇਂਗਾ, ਤੂੰ ਸਾਨੂੰ ਖਾ ਜਾਏਗਾ, ਇਹ ਕਰੇਗਾ ਉਹ ਕਰੇਗਾ। ਉਸ ਤੋਂ ਫਿਰ ਮੈਂ ਜਦ ਡੈਡੀ ਨੂੰ ਕਹਿੰਦਾ ਹੁੰਦਾ ਜੀ, ਡੈਡੀ ਫਿਰ ਮੈਨੂੰ ਕੁੱਟ ਲੈਂਦੇ ਮਾਰ ਲੈਂਦੇ, ਕਹਿੰਦੇ ਤੇਰੇ ਕਰਕੇ ਐਂ ਕਹਿੰਦੇ ਤੇਰੇ ਕਰਕੇ ਕਰਜ਼ੇ ਥੱਲੇ ਡੁੱਬਿਆ। ਤੇ ਮੈਨੂੰ ਨਾ ਸਾਰੇ ਇਹੀ ਗੱਲ ਕਹਿੰਦੇ ਸੀ ਬਈ ਮਰ ਜਾਂਦਾ ਤਾਂ ਵਧੀ ਸੀ, ਮਰ ਜਾਂਦਾ ਤਾਂ ਵਧੀ ਸੀ, ਵੀ ਕੌਣ ਖਵਾਊਗਾ, ਬੋਝ ਬਣ ਗਿਆ ਘਰ ਦੇ ਤੇ। ਇਹ ਬਹੁਤ ਕੁਛ ਕਹਿਣ ਲੱਗ ਗਏ। ਅੱਜ ਦੇ ਟਾਈਮ ਦੇ ਵਿੱਚ ਪੈਸਾ ਹੈਗਾ ਆਪਣੇ ਕੋਲ, ਜੇ ਆਪਣੇ ਕੋਲ ਪੈਸਾ ਹੈ ਨਾ ਤੇ ਸਭ ਹੈ, ਉਹਦਾ ਕੋਈ ਨਹੀਂ ਹੈ। ਤਾਂ ਪਹਿਲਾਂ ਤੁਸੀਂ ਸਰਦਾਰੀ ਸੀਗੇ? ਨਹੀਂ ਪਹਿਲਾਂ ਸੀ ਮੈਂ ਹਿੰਦੂ ਸੀਗੇ, ਜਾਣੀ ਕਿ ਇੱਕ ਦੂਜਾ ਜਨਮ ਹੋਇਆ ਮੇਰਾ ਜੀ। ਜੇ ਉਹਨਾਂ ਨੂੰ ਮਾੜਾ ਤਰਸ ਆਉਂਦਾ, ਜੇ ਆਉਂਦਾ ਹੁੰਦਾ ਨਾ ਫੈਮਿਲੀ ਵਾਲਿਆਂ ਤੋਂ, ਉਹਨਾਂ ਨੇ ਰੋਕ ਲੈਣਾ ਸੀ ਕਿ ਨਾ ਪੁੱਤ ਤੂੰ ਨਾ ਜਾ, ਬਈ ਅਸੀਂ ਤੈਨੂੰ ਖਵਾਵਾਂਗੇ, ਤੂੰ 2 ਟਾਈਮ ਦੀ ਰੋਟੀ ਖਾਏਗਾ ਹੋਰ ਕੀ, ਬਈ ਤੈਨੂੰ ਖਵਾਵਾਂਗੇ। ਪਰ ਕਿਸੇ ਨੇ ਰੋਕਿਆ ਨਹੀਂ ਹੈਗਾ, ਨਾ ਮੇਰੇ ਚਾਚੀ ਨੇ ਰੋਕਿਆ, ਨਾ ਮੇਰੇ ਚਾਚੀ ਨੇ, ਕਿਸੇ ਨੇ ਵੀ ਨਹੀਂ ਰੋਕਿਆ। ਮੈਨੂੰ ਦੁੱਖ ਹੁੰਦਾ, ਮੈਂ ਹੁਣ ਵੀ ਜਦੋਂ ਤੁਹਾਡਾ ਫੋਨ ਆਇਆ ਨਾ ਉਸ ਤੋਂ 10 ਮਿੰਟ ਪਹਿਲਾਂ ਵੀ ਰੋਂਦਾ ਸੀਗਾ। ਮੈਂ ਕਿਹਾ ਮੈਂ ਇਕੱਲਾ ਯਾਰ, ਮੈਂ ਕਿੱਥੇ ਜਾਵਾਂ, ਮੇਰਾ ਦਿਲ ਨਹੀਂ ਲੱਗਦਾ ਜੀ। ਤੇ ਭੈਣਾਂ ਦੀ ਰਹੀ ਗੱਲ, ਭੈਣ ਬਈ ਐਂ ਕਹਿੰਦੇ ਕਿ ਤੂੰ ਸਾਡੇ ਕੋਲ ਆ ਜਾ, ਸਾਡੇ ਕੋਲ ਆ ਜਾ। ਮੇਰੇ ਪੈਰ ਤਾਂ ਨਹੀਂ, ਮੈਂ ਉਹਨਾਂ ਨੂੰ ਕੀ ਕਹਾਂ, ਮੈਂ ਕਿਵੇਂ ਆਵਾਂ। ਉਹੀ ਗੱਲ ਕਹਿੰਦੇ ਤੂੰ ਸਾਡੇ ਕੋਲ ਆ ਜਾ, ਸਾਡੇ ਕੋਲ ਆ ਜਾ। ਉਹਨਾਂ ਨੂੰ ਇਹ ਨਹੀਂ ਹੈ ਕਿ ਵੀ ਚਲੋ ਅਸੀਂ ਜਾਈਏ, ਅਸੀਂ ਘੁੰਮੇ ਆਈਏ, ਪਰ ਨਹੀਂ ਮੈਨੂੰ ਫੋਨ ਕਰਕੇ ਕਹਿੰਦੇ ਬਈ ਐਤਕੀ ਰੱਖੜੀ ਨੂੰ ਆ ਜੀ, ਐਂ ਕਹਿੰਦੇ ਮੈਨੂੰ। ਹੁਣ ਮੈਂ ਸੋਚਦਾ ਬਈ ਮੇਰੇ ਪੈਰ ਹੁੰਦੇ ਸੀ, ਮੈਂ ਵਧੀਆ ਜਾਂਦਾ ਸੀ, ਹੁਣ ਮੈਂ ਕਿਵੇਂ ਜਾਵਾਂ। ਮੈਂ ਇਹ ਸੋਚਦਾ ਵੀ ਮੈਂ ਜਾਣਾ ਹੀ ਨਹੀਂ। ਮੈਂ ਸੁਨੇਹਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਜਸਪ੍ਰੀਤ ਸਵਾਗਤ ਕਰਦਾ। ਮਾਂ ਦਾ ਪਿਆਰ ਜਿਹੜਾ ਹੈ ਉਹ ਹਰ ਇੱਕ ਬੱਚੇ ਦੇ ਲਈ ਹੁੰਦਾ ਹੈ, ਪਰ ਕਦੇ ਸੋਚਿਆ ਕਿ ਜਿਹੜੇ ਮਾਪਿਓ ਨੇ ਉਹਨਾਂ ਦਾ ਦਿਲ ਵੀ ਇੰਨਾ ਪੱਥਰ ਦਿਲ ਹੋ ਸਕਦਾ ਹੈ ਕਿ ਆਪਣੇ ਬੱਚੇ ਨੂੰ ਜਦੋਂ ਤੱਕ ਉਹ ਕਮਾ ਕੇ ਦੇ ਰਿਹਾ ਹੈ ਉਦੋਂ ਤੱਕ ਘਰੇ ਰੱਖਦੇ ਹਾਂ, ਅਤੇ ਜਿਸ ਦਿਨ ਉਸ 'ਤੇ ਕੋਈ ਅਜਿਹਾ ਵਕਤ ਪੈ ਜਾਂਦਾ ਹੈ, ਵਕਤ ਦੀ ਜਿਹੜੀ ਚਾਲ ਹੈ ਉਹ 'ਤੇ ਬੱਚੇ 'ਤੇ ਉਲਟੀ ਪੈ ਜਾਂਦੀ ਹੈ, ਤਾਂ ਉਸ ਬੱਚੇ ਦੀਆਂ ਲੱਤਾਂ ਕੱਟੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਸ ਨੂੰ ਮਾਂ-ਬਾਪ ਵੀ ਛੱਡ ਦਿੰਦੇ ਨੇ। ਕੀ ਹੈ ਸਾਰੀ ਕਹਾਣੀ, ਅੱਜ ਗੱਲਬਾਤ ਕਰਾਂਗੇ। ਮਨਦੀਪ ਸਾਡੇ ਨਾਲ ਹੈ। ਕੀ ਸੀ ਇਸ ਦੀ ਕਹਾਣੀ? ਦੁੱਖਾਂ ਭਰੀ ਕਹਾਣੀ ਹੈ, ਸੋ ਆਓ ਗੱਲਬਾਤ ਕਰਦੇ ਹਾਂ ਮਨਦੀਪ ਦੇ ਨਾਲ। ਸਤਿ ਸ਼੍ਰੀ ਅਕਾਲ ਮਨਦੀਪ। ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦਰਸ਼ਕਾਂ ਨੂੰ, ਤੇ ਹੋਰ ਵੀ ਜਿਹੜੇ ਮੇਰੀ ਵੀਡੀਓ ਬਣਾ ਕੇ ਲੈ ਗਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਹੀ ਮੈਂ ਧੰਨਵਾਦ ਕਰੂੰ ਕਮੇਟੀ ਮੈਂਬਰ ਦਾ, ਗੁਰਦੁਆਰਾ ਸਿੰਘ ਦਾ ਕਮੇਟੀ ਮੈਂਬਰ ਦਾ, ਕਿਉਂ ਅੱਜ ਉਹਨਾਂ ਨੇ ਰੱਖਿਆ ਮੈਨੂੰ ਤੇ ਅੱਜ ਮੈਂ ਉਹਨਾਂ ਕਰਕੇ ਉਰੇ ਆਈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਹੋਰ ਵੀ ਗੁਰੂ ਘਰ 'ਚ ਜਿੰਨੇ ਸੇਵਾਦਾਰ ਨੇ ਸਭ ਵਧੀਆ ਪਿਆਰ ਨਾਲ ਬੋਲਦੇ ਆ। ਮਨਦੀਪ, ਮੈਂ ਹੁਣ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਕਿ ਇਹ ਲੱਤਾਂ ਜਿਹੜੀਆਂ ਤੁਹਾਡੀਆਂ ਕੱਟ ਗਈਆਂ ਸਨ, ਕਿਵੇਂ ਪੈਦਾਇਸ਼ੀ ਕੱਟੀਆਂ ਲੱਤਾਂ ਜਾਂ ਫਿਰ ਕੋਈ ਉਸ ਤੋਂ ਬਾਅਦ ਕੋਈ ਹਾਦਸਾ ਹੋਇਆ ਤੁਹਾਡੇ ਨਾਲ? ਹਾਂਜੀ ਐਕਸੀਡੈਂਟ ਹੋਇਆ ਵੀ। ਮੈਂ ਦਿਨ ਲਾ ਕੇ ਰਾਤ ਨੂੰ ਕੰਮ 'ਤੇ ਜਾ ਰਹੀ ਸੀ ਤੇ ਥੋੜ੍ਹਾ ਮੈਂ ਡਿਪਰੈਸ਼ਨ ਦੇ ਵਿੱਚ ਸੀਗਾ ਜੀ, ਤੇ ਫੈਮਿਲੀ ਪ੍ਰੋਬਲਮ ਕਰਕੇ। ਤੇ ਮੈਂ ਦਿਨ ਲਾ ਕੇ ਰਾਤ ਨੂੰ ਜਾ ਰਹੀ ਕੰਮ 'ਤੇ, ਤਾਂ ਉਹਨਾਂ ਨੇ ਵਾਪਸ ਕਰਤਾ। ਉਹ ਕਹਿੰਦੇ ਵੀ ਅੱਜ ਚਲੋ ਰਹਿਣ ਦੇ, ਰੈਸਟ ਕਰ ਲਾ, ਵੀ ਬੰਦੇ ਪੂਰੇ ਹੋ ਗਏ, ਤੂੰ ਅੱਜ ਰੈਸਟ ਕਰ ਲਾ। ਤੇ ਫਿਰ ਮੈਂ ਉੱਧਰੋਂ ਆਉਂਦੇ ਨਾ ਲੇਟ ਹੋ ਗਿਆ ਸੀਗਾ ਜੀ, ਰਾਤ ਦਾ ਟਾਈਮ ਸੀ ਤੇ ਉਹ ਫਾਟਕ ਲੱਗੇ ਹੋਏ ਸੀਗੇ, ਤੇ ਫਾਟਕ ਲੱਗੀ ਟ੍ਰੇਨ ਆ ਨਹੀਂ ਰਹੀ ਸੀ। ਤੇ ਮੈਂ ਸੋਚਿਆ ਵੀ ਫਾਟਕ ਕਰੋਸ ਕਰ ਲੈਂਦੇ, ਵੀ ਟ੍ਰੇਨ ਆ ਨਹੀਂ ਰਹੀ ਆ, ਫਾਟਕ ਲੱਗਿਆ ਸੀ। ਤੇ ਫਾਟਕ ਦੇ ਥੱਲੇ 'ਚ ਮੈਂ ਗਿਆ ਹੀ, ਤੇ ਮੈਂ ਪਹਿਲਾਂ ਫਾਟਕ ਕਰੋਸ ਕੀਤਾ, ਦੂਜੇ ਫਾਟਕ 'ਤੇ ਮੇਰਾ ਜਦੋਂ ਡਿੱਗਿਆ, ਮੇਰਾ ਪੈਰ ਫਸ ਗਿਆ, ਡਿੱਗਿਆ ਮੈਂ। ਡਿੱਗਣ ਤੋਂ ਬਾਅਦ ਆਹ ਸਿਰ ਵੱਜਿਆ ਹੀ ਮੇਰਾ, ਤੇ ਉਸ ਤੋਂ ਬਾਅਦ ਮੈਨੂੰ ਚੱਕਰ ਆਉਣ ਲੱਗ ਗਿਆ ਸੀਗਾ ਜੀ। ਬਹੁਤ ਕੋਸ਼ਿਸ਼ ਕੀਤੀ ਉੱਠਣ ਦੀ, ਪਰ ਨਹੀਂ ਉੱਠਿਆ ਗਿਆ ਜੀ। ਤੇ ਜਦੋਂ ਦੇਖਿਆ 5-7 ਮਿੰਟ ਬਾਅਦ ਕੋਸ਼ਿਸ਼ ਕੀਤੀ, ਨਹੀਂ ਉੱਠਿਆ ਗਿਆ। ਜਦੋਂ ਦੇਖਿਆ 5-7 ਮਿੰਟ ਬਾਅਦ ਟ੍ਰੇਨ ਆ ਰਹੀ ਉੱਧਰੋਂ, ਤੇ ਬਸ ਜਾਣੀ ਕਿ ਜਿੱਦਾਂ ਫੋਨ ਹੈਂਗ ਹੁੰਦਾ ਨਾ, ਉੱਦਾਂ ਹੈਂਗ ਹੋ ਕੇ ਮੈਂ ਡਿੱਗ ਗਿਆ ਸੀਗਾ ਜੀ। ਤੇ ਮੇਰੇ ਉੱਤੋਂ ਜੀ ਟ੍ਰੇਨ ਲੰਘ ਗਈ ਸੀਗੀ। ਜਿੰਨਾ ਕਿ ਮੈਂ ਫਾਟਕ ਦੇ ਅੰਦਰ ਸੀ ਉਹਨਾਂ ਕੁ ਤਾਂ ਮੈਂ ਬਚ ਗਈ, ਜਿੰਨਾ ਮੈਂ ਬਾਹਰ ਸੀ ਉਹ ਵੱਢਿਆ ਗਿਆ ਜੀ। ਜੇ ਗੱਲਬਾਤ ਕਰੀਏ, ਐਕਸੀਡੈਂਟ ਤੋਂ ਬਾਅਦ ਤੁਹਾਡੀਆਂ ਲੱਤਾਂ ਕੱਟ ਜਾਂਦੀਆਂ ਨੇ, ਉਸ ਤੋਂ ਬਾਅਦ ਪਰਿਵਾਰ ਸਾਨੂੰ ਦੇਖਦਾ ਹੈ, ਹਸਪਤਾਲ ਲੈ ਕੇ ਜਾਂਦੇ ਨੇ ਦੋਸਤ ਮਿੱਤਰ, ਹੈ ਨਾ। ਤੁਹਾਡੇ ਨਾਲ ਕੀ ਵਾਕਿਆ ਹੋਇਆ ਹੈ, ਸਾਰੀ ਗੱਲਬਾਤ ਐਕਸੀਡੈਂਟ ਤੋਂ ਬਾਅਦ ਦੱਸੋਗੇ ਸਾਨੂੰ? ਹਾਂਜੀ ਜ਼ਰੂਰ ਜੀ। ਐਕਸੀਡੈਂਟ ਤੋਂ ਬਾਅਦ ਜੀ ਉਹ
ਮੈਨੂੰ ਮੈਂ ਪਹਿਲਾਂ ਤਾਂ ਐਕਸੀਡੈਂਟ ਤੋਂ ਬਾਅਦ ਜਦੋਂ ਮੇਰੀ ਲੱਤਾਂ ਵੱਢੀਆਂ ਗਈਆਂ ਜੀ, ਫਿਰ ਮੈਂ ਇੱਧਰ ਉੱਧਰ ਦੇਖਦਾ ਹੀ ਮੈਂ ਰੋਂਦਾ ਸੀ। ਮੇਰੀ ਲੱਤਾਂ ਉਹ ਸਾਈਡ 'ਤੇ ਪਈਆਂ ਸੀ ਬਹੁਤ, ਅਤੇ ਮੈਂ ਇੱਥੇ ਪਿਆ ਸੀਗਾ, ਮੈਂ ਬਹੁਤ ਰੋਂਦਾ ਸੀਗਾ ਜੀ। ਫਿਰ ਮੈਨੂੰ 5 ਮਿੰਟ ਬਾਅਦ ਨਾ ਮੈਨੂੰ ਫੋਨ ਲੱਭਿਆ ਸੀ ਮੇਰਾ ਜੀ, ਅਤੇ ਮੈਂ ਫੋਨ ਚੱਕਿਆ। ਫਿਰ ਮੈਂ ਯਾਰ ਦੋਸਤ ਨੂੰ ਫੋਨ ਕੀਤਾ ਜੀ, ਉਹ ਅੱਗੋਂ ਐਂ ਸੋਚਦੇ ਜੀ ਮੈਂ ਕਿਤੇ ਮਜ਼ਾਕ ਕਰਦਾ ਜੀ। ਅਤੇ ਫਿਰ ਉਹ ਵੀ 1.5 ਘੰਟੇ ਬਾਅਦ ਆਈ। ਤੇ ਉਸ ਤੋਂ ਬਾਅਦ 11:30 ਹੋ ਗਈ ਸੀ, ਸਾਰੇ ਆ ਗਏ, ਮੇਰੀ ਫੈਮਿਲੀ ਵਾਲੇ ਵੀ ਆ ਗਏ, ਮੇਰੇ ਯਾਰ ਦੋਸਤ ਵੀ ਆ ਗਏ। ਫਿਰ ਮੈਨੂੰ ਲੈ ਕੇ ਗਈ ਲੁਧਿਆਣੇ ਲੈ ਕੇ ਗਈ। ਉਹਨਾਂ ਨੇ ਜਵਾਬ ਦਿੱਤਾ ਜੀ, ਕਹਿੰਦਾ ਨਹੀਂ ਅਸੀਂ ਨਹੀਂ ਰੱਖ ਸਕਦੇ, ਵੀ ਹੈ ਨਹੀਂ ਬਚਣ ਵਾਲਾ ਨਹੀਂ। ਉਹ ਕਹਿੰਦੇ ਬਚਣਾ ਨਹੀਂ ਹੈ, ਇਹਨੂੰ PGI ਲੈ ਜਾਓ। ਅਤੇ ਫਿਰ ਉੱਧਰੋਂ 1:30 ਵਜੇ ਅਸੀਂ ਉੱਧਰ ਗਏ ਸੀ, ਕੀ ਕਹਿੰਦੇ ਲੁਧਿਆਣੇ, 1:30 ਵਜੇ ਅਸੀਂ ਲੁਧਿਆਣੇ ਗਏ ਸੀ। ਅਤੇ ਉਸ ਤੋਂ ਬਾਅਦ ਅਸੀਂ PGI 5:30 ਵਜੇ ਪਹੁੰਚੇ ਸਵੇਰੇ। ਉਹਨਾਂ ਨੇ ਵੀ ਜਵਾਬ ਦੇ ਦਿੱਤਾ ਜੀ, ਕਹਿੰਦੇ ਨਹੀਂ ਬਚਣਾ ਨਹੀਂ ਹੈ। ਅਤੇ ਫਿਰ ਉਹਨਾਂ ਨੇ 32 ਰੈਫਰ ਕਰਤੇ ਜੀ, ਕਹਿੰਦੇ ਜੇ ਬਚਾ ਸਕਦੇ ਆ 32 ਵਾਲੇ ਬਚਾ ਸਕਦੇ, ਨਹੀਂ ਕੋਈ ਨਹੀਂ ਬਚਾ ਸਕਦਾ। ਫਿਰ ਅਸੀਂ 7:30 ਵਜੇ 32 ਪਹੁੰਚੇ, ਰਾਤ ਦੇ 10:30 11 ਵਜੇ ਐਕਸੀਡੈਂਟ ਹੋਏ। ਅਸੀਂ ਸਵੇਰੇ 7:30 ਵਜੇ ਪਹੁੰਚੀ 32 ਜੀ। ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ, ਉਹ ਵੀ ਬਾਹਰੋਂ ਮੋੜਦੇ ਪਏ ਸੀਗੇ ਜੀ। ਅਤੇ ਫਿਰ ਅਸੀਂ ਬਹੁਤ ਜਾਣੀ ਕਿ ਰਿਕੁਐਸਟ ਕੀਤੀ, ਪਰ ਨਹੀਂ ਮੰਨੀ। ਫਿਰ ਨਾ ਜੀ ਮੈਂ ਬਾਬਾ ਜੀ ਅੱਗੇ ਅਰਦਾਸ ਕੀਤੀ ਸੀ, ਮੈਂ ਐਂ ਕਿਹਾ ਸੀ ਬਾਬਾ ਜੀ ਜੇ ਤੁਸੀਂ ਮਾਰਨਾ ਮਾਰ ਹੀ ਦਿਓ, ਜੇ ਤੁਸੀਂ ਬਚਾਉਣਾ ਬਚਾ ਹੀ ਲਓ। ਕਿਹਾ ਮੈਂ ਬਾਬਾ ਜੀ ਮੈਂ ਤੁਹਾਨੂੰ ਕੋਸਦਾ ਨਹੀਂ ਹੈ, ਬਾਬਾ ਜੀ ਤੁਸੀਂ ਮੇਰਾ ਇਹ ਕਰਤਾ ਨਾ ਕਰਤਾ, ਮੈਂ ਕੁਛ ਨਹੀਂ ਕੀਤਾ, ਜੋ ਹੋਇਆ ਚੰਗੇ ਲਈ ਹੋਇਆ। ਚਲੋ ਕਹਿੰਦੀ ਵੀ ਜੋ ਹੁੰਦਾ ਚੰਗੇ ਲਈ ਹੁੰਦਾ ਜੀ, ਠੀਕ ਹੈ ਜੀ। ਅਤੇ ਅੱਜ ਜੋ ਹੋਇਆ ਨਾ ਮੈਂ ਸੱਚੀ ਕਹਿੰਦਾ ਚੰਗੇ ਲਈ ਹੋਇਆ। ਚਲੋ ਕੋਈ ਨਹੀਂ, ਮੇਰਾ ਦੂਜਾ ਜਨਮ ਹੋਇਆ, ਮੈਨੂੰ ਜਾਣੀ ਮੈਂ ਉਰੇ ਆਇਆ ਗੁਰੂ ਘਰ, ਬਾਬਾ ਜੀ ਨੇ ਮੈਨੂੰ ਬੁਲਾਇਆ। ਅਤੇ ਉਸ ਤੋਂ ਬਾਅਦ ਇੱਕ ਮਾਤਾ ਜੀ ਆਏ ਸੀਗੇ ਜੀ ਹੈਲਪ ਕਰਨ ਵਾਸਤੇ। ਮਾਤਾ ਜੀ ਕਹਿੰਦੇ ਪੁੱਤ ਅਸੀਂ ਕੀ ਹੈਲਪ ਕਰ ਸਕਦੇ ਹਾਂ। ਅਤੇ ਮੈਂ ਉਹਨਾਂ ਨੂੰ ਕਿਹਾ ਮਾਤਾ ਜੀ, ਮੈਂ ਕਿਹਾ ਡਾਕਟਰ ਸਾਰੇ ਜਵਾਬ ਦੇਈ ਜਾਂਦੇ ਆ, ਮੈਂ ਕਿਹਾ ਦੇਖ ਲਓ ਮੈਂ ਤੁਸੀਂ ਕੀ ਕਰੋਗੇ, ਮੈਂ ਜਦੋਂ ਡਾਕਟਰ ਹੀ ਜਵਾਬ ਦੇਈ ਜਾਂਦੇ ਆ। ਫਿਰ ਉਹਨਾਂ ਨੇ ਗੱਲਬਾਤ ਕੀਤੀ, ਉਹ ਕਹਿੰਦੇ ਵੀ ਖੜੇ ਪੈਰ ਪੈਸੇ ਲੱਗਣਗੇ, ਇੰਨੇ ਪੈਸੇ ਇਹਨਾਂ ਕੋਲ ਹੈ ਨਹੀਂ, ਠੀਕ ਹੈ ਜੀ। ਫਿਰ ਉਹ ਮਾਤਾ ਜੀ ਕਹਿੰਦੇ ਕਿ ਅਸੀਂ ਦੇਵਾਂਗੇ ਪੈਸੇ, ਤੁਸੀਂ ਇਲਾਜ ਕਰੋ ਕੋਈ ਨਹੀਂ। ਅਤੇ ਕਹਿੰਦਾ ਨਹੀਂ ਜੀ ਤੁਸੀਂ ਕਿੱਥੋਂ ਦੇ ਦਿਓ। ਫਿਰ ਉਹਨਾਂ ਨੇ ਕਹੀ ਕਿ ਅਸੀਂ ਦੇਵਾਂਗੇ, ਤੁਸੀਂ ਇਲਾਜ ਕਰੋ, ਬੰਦਾ ਐਡਮਿਟ ਕਰੋ। ਅਤੇ ਫਿਰ ਮੇਰੀ ਫੈਮਿਲੀ ਵਾਲੇ ਕਹਿਣ ਲੱਗ ਗਏ ਉੱਧਰ 32 'ਚ ਕਿ ਤੁਸੀਂ ਨਹੀਂ ਐਡਮਿਟ ਕਰੋਗੇ ਬਈ ਅਸੀਂ ਪੁਲਿਸ ਕੇਸ ਕਰ ਦਾਂਗੇ। ਕਹਿੰਦੇ ਫਿਰ ਉਹ ਕਹਿੰਦੇ ਅਸੀਂ ਇਹਨੂੰ ਰੱਖ ਲਵਾਂਗੇ, ਠੀਕ ਆ ਚਲੋ ਅਸੀਂ ਮੰਨ ਲਈਏ, ਇਹਨੂੰ ਰੱਖ ਲਈਏ, ਇਹਨੂੰ ਐਡਮਿਟ ਕਰੀਏ ਅਤੇ ਇਹਨੂੰ ਕਰੋਨਾ ਹੋ ਜਾਊਗਾ, ਫਿਰ ਇਹਨੇ ਬਚਣ ਵਾਲਾ ਨਹੀਂ ਹੈ ਜੀ। ਅਤੇ ਫਿਰ ਮੈਨੂੰ ਕਰੋਨਾ ਉਹਨਾਂ ਨੇ ਚਲੋ ਰੱਖ ਲਿਆ ਜੀ, ਠੀਕ ਹੈ ਜੀ। ਪਹਿਲਾਂ ਓਪਰੇਸ਼ਨ ਕੀਤਾ, ਸਾਰਾ ਮਾਸ ਇਕੱਠਾ ਕੀਤਾ ਜੀ ਪੈਰ ਦਾ ਮੇਰਾ, ਠੀਕ ਹੈ ਜੀ। ਦੂਜੇ ਓਪਰੇਸ਼ਨ 'ਚ ਨਹੀਂ ਕਰੋਨਾ ਕਰਤਾ ਜੀ ਮੈਨੂੰ। ਮੈਂ ਉਹ ਕਰੋਨਾ ਡਿਪਾਰਟ ਜਦੋਂ ਮੈਂ ਰਿਹਾ ਨਾ 14 ਦਿਨ, ਮੈਨੂੰ ਪਤਾ ਹੀ ਉਹ ਮੈਂ ਕਿਵੇਂ ਰਿਹਾ ਜੀ। ਅਤੇ ਮੇਰੇ ਸਾਹਮਣੇ 30-35 ਡੈੱਡ ਬੋਡੀ ਜਾਂਦੀ ਹੁੰਦੀ ਸੀ। ਮੈਂ ਕਦੇ ਮੈਂ ਵੀ ਐਂ ਸੋਚਦਾ ਵੀ ਮੈਂ ਵੀ ਖਤਮ ਆ, ਹੁਣ ਮੈਂ ਵੀ ਬਸ ਚੱਲ ਜੂੰਗਾ। ਅਤੇ ਇੰਨੇ ਚਿਰ ਬਾਅਦ ਨਾ ਦਸਮੇਸ਼ ਹੋਮਿਲਟਰੀ ਟਰਸਟ NGO ਵਾਲੇ ਆਏ, ਠੀਕ ਹੈ। ਉਹਨਾਂ ਨੇ ਵੀਰੇ ਨੇ ਮੈਨੂੰ ਹੈਲਪ ਕੀਤੀ, ਉਹਨਾਂ ਨੇ ਮੈਨੂੰ ਜੱਫੀ ਪਾਈ ਅਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਤੂੰ ਮੇਰਾ ਭਰਾ ਵਾ। ਅਤੇ ਮੈਂ ਫਿਰ ਖੁਸ਼ ਹੋ ਗਿਆ ਕਿ ਮੈਨੂੰ ਕੋਈ ਮੇਰੇ ਯਾਰ ਦੋਸਤ ਵੀ ਮਿਲਣ ਨਹੀਂ ਗਏ ਸੀ ਫਿਰ 32 'ਚ। ਅਤੇ ਵੀਰ ਜੀ ਆਏ ਸੀ ਅਤੇ ਫਿਰ ਉਹਨਾਂ ਨੇ ਕਹੀ ਵੀ ਅਸੀਂ ਤੇਰੀ ਹੈਲਪ ਕਰਾਂਗੇ। ਮੈਂ ਕਿਹਾ ਜੀ ਠੀਕ ਹੈ। ਅਤੇ ਫਿਰ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਉਹਨਾਂ ਨੇ ਮੈਨੂੰ ਵੀਡੀਓ ਦਿਖਾਈ, ਕਹਿੰਦੇ ਵੀ ਤੇਰੇ ਲੱਤਾਂ ਲਾ ਦੇਂਗੇ, ਇਹ ਕਰਾਂਗੇ ਉਹ ਕਰਾਂਗੇ। ਮੈਂ ਕਿਹਾ ਠੀਕ ਹੈ ਜੀ। ਚਲੋ ਦੂਜਾ ਆਪਰੇਸ਼ਨ ਹੋਇਆ, ਠੀਕ ਹੈ ਜੀ, ਚਲੋ ਦੂਜਾ ਆਪਰੇਸ਼ਨ ਹੋ ਗਿਆ। ਫਿਰ ਉਹਦੇ 'ਚ ਪੱਸ ਬਣਨ ਲੱਗ ਗਏ, ਫਿਰ ਤੀਜਾ ਹੋਇਆ ਜੀ। ਉਸ ਤੋਂ ਬਾਅਦ ਚਲੋ ਆਪਰੇਸ਼ਨ ਸਭ ਕੁਝ ਹੋਣ ਤੋਂ ਬਾਅਦ ਅਸੀਂ ਜਦੋਂ ਲੁਧਿਆਣੇ ਜਾਂਦੇ ਸੀਗੇ ਜੀ, ਆਹ ਖੱਬੇ ਪੈਰ ਦਾ ਸਾਰਾ ਟਾਂਕਾ ਖੁੱਲ੍ਹ ਗਿਆ ਸੀਗਾ ਜੀ, ਸਾਰਾ ਟਾਂਕਾ ਖੁੱਲ੍ਹ ਗਿਆ। ਫਿਰ ਮੈਂ ਡੈਡੀ ਨੂੰ ਕਹਿੰਦਾ ਡੈਡੀ ਟਾਂਕਾ ਲਵਾ ਦਿਓ ਵੀ ਬਲੱਡ ਨਿਕਲਦਾ। ਮੈਂ ਤਾਂ ਰੋਟੀ ਪਾਣੀ ਤਾਂ ਦੂਰ ਦੀ ਗੱਲ ਹੈ ਜੀ, ਮੇਰੇ ਤੋਂ ਇੱਕ ਘੁੱਟ ਪਾਣੀ ਨਹੀਂ ਪੀਤਾ ਜਾਂਦਾ ਸੀਗਾ ਜੀ, ਠੀਕ ਹੈ ਜੀ। ਅਤੇ ਫਿਰ ਬਸ ਮੈਂ ਡੈਡੀ ਨੂੰ ਕਿਹਾ, ਡੈਡੀ ਕਹਿੰਦੇ ਮੈਂ ਤੈਨੂੰ ਹੱਥ ਜੋੜਨ ਲੱਗ ਗਿਆ। ਡੈਡੀ ਕਹਿੰਦੇ ਮੈਂ ਤੇਰੇ ਹੱਥ ਜੋੜੇ ਬਈ, ਮੈਂ ਉਹਨੂੰ ਕਿਤੇ ਨਹੀਂ ਲਿਜਾ ਸਕਦਾ। ਫਿਰ ਮੈਂ ਇਹਨਾਂ ਨੂੰ NGO ਵਾਲੇ ਨੂੰ ਫੋਨ ਕੀਤਾ ਸੀ, ਵੀਰ ਜੀ ਕਹਿੰਦੇ ਵੀ ਤੂੰ ਉਰੇ ਆ ਜਾ, ਤੇਰੀ ਅਸੀਂ ਹੈਲਪ ਕਰਾਂਗੇ। ਫਿਰ ਮੈਂ ਆਪਣੇ ਵੱਡੇ ਵਾਲੇ ਭਰਾ ਨੂੰ ਫੋਨ ਕੀਤਾ, ਉਹ ਉੱਥੇ ਰਹਿੰਦੇ ਜੀ ਪਟਨਾ ਸਾਹਿਬ ਕੋਲ ਨਹੀਂ। ਅਤੇ ਫਿਰ ਮੈਂ ਭਰਾ ਨੂੰ ਫੋਨ ਕੀਤਾ ਜੀ, ਉਹਨੇ ਭਰਾ ਨੇ ਇਹ ਗੱਲ ਕਹੀ, ਕਹਿੰਦਾ ਜਦ ਤੇਰਾ ਦੂਜਾ ਆਪਰੇਸ਼ਨ ਹੁੰਦਾ ਸੀ ਨਾ, ਡੈਡੀ ਨੂੰ ਫੋਨ ਕੀਤਾ, ਮੈਂ ਪੁੱਛਿਆ ਸੀ ਬਈ ਉਹ ਕਿਵੇਂ ਆ। ਅਤੇ ਡੈਡੀ ਨੇ ਮੈਨੂੰ ਇਹ ਜਵਾਬ ਦਿੱਤਾ ਕਿ ਬਸ ਦੇਖਦੇ ਹਾਂ। ਮੈਂ ਤੁਹਾਡੀ ਗੱਲ ਵਿਚਾਲੇ ਹੈ, ਮੈਂ ਪੁੱਛਣਾ ਚਾਹੂੰਗਾ, ਚਲੋ ਬਾਪ ਦਾ ਜਿਹੜਾ ਸੁਭਾਅ ਹੈ ਉਹ ਕਮਾਈ ਕਰਦਿਆਂ ਐਡਾ ਪਰਿਵਾਰ ਚਲਾਉਂਦਿਆਂ ਕਈ ਵਾਰ ਕਹਿੰਦੇ ਨੇ ਹੁੰਦੇ ਨੇ ਕਿ ਪਿਓ ਹਮੇਸ਼ਾ ਹੈ ਨਾ ਗੁੱਸੇ ਵਾਲਾ ਸੁਭਾਅ ਹੋ ਜਾਂਦਾ ਹੈ ਪਿਤਾ ਜੀ, ਕਿਉਂਕਿ ਹਮੇਸ਼ਾ ਲੋਕਾਂ ਦੀਆਂ ਟੈਨਸ਼ਨਾਂ, ਦੁਨੀਆਦਾਰੀ ਦੀਆਂ ਟੈਨਸ਼ਨਾਂ। ਮਾਂ ਹੈ ਜਿਹੜੀ ਉਹ ਰੱਬ ਦਾ ਰੂਪ ਹੈ, ਉਹ ਦੂਜਾ ਰੂਪ ਕਹਿ ਲਈਏ, ਪਹਿਲਾ ਰੂਪ ਕਹਿ ਲਈਏ, ਉਹ ਆਪਾਂ ਕਹਿ ਸਕਦੇ ਹਾਂ। ਪਰ ਮਾਂ ਵਾਕਈ ਜੋ ਮਾਂ ਦੀ ਪਦਵੀ ਹੈ, ਜੋ ਮਾਂ ਦਾ ਇੱਕ ਹਸਤੀ ਹੈ, ਉਹ ਰੱਬ ਵੀ ਨਹੀਂ ਪੂਰਾ ਕਰ ਸਕਦਾ। ਅਤੇ ਗੱਲ ਕਰੀਏ ਤੁਹਾਡੇ ਮਾਤਾ ਜੀ ਦਾ ਕੀ ਰਿਐਕਸ਼ਨ ਸੀ? ਮਾਤਾ ਜੀ ਨੇ ਨਹੀਂ ਕਿਹਾ ਕਿ ਨਹੀਂ ਮੈਨੂੰ ਮਨਦੀਪ ਚਾਹੀਦਾ ਹੈ, ਮੇਰਾ ਪੁੱਤ ਦਾ ਕੋਈ ਇਲਾਜ ਹੋਣਾ ਚਾਹੀਦਾ, ਕੋਈ ਇੱਦਾਂ ਦੀ ਕੋਈ ਤੁਹਾਡੇ ਨਾਲ ਕੀ ਵਾਪਰਿਆ ਉਦੋਂ? ਫਿਰ ਮੈਂ ਤੁਹਾਨੂੰ ਇੱਥੋਂ ਹੀ ਦੱਸ ਰਿਹਾ ਮੈਂ, ਜਦੋਂ ਮੇਰੇ ਭਰਾ ਨੇ ਫੋਨ ਕੀਤਾ ਸੀ ਨਹੀਂ, ਮੈਂ ਭਰਾ ਨੂੰ ਫੋਨ ਕੀਤਾ, ਭਰਾ ਨੇ ਇਹ ਗੱਲ ਕਹੀ ਕਿ ਤੂੰ ਐਂ ਕਰ ਉਰੇ ਆ ਜਾ, ਕਹਿੰਦਾ ਜਦ ਤੇਰਾ ਦੂਜਾ ਆਪਰੇਸ਼ਨ ਹੁੰਦਾ ਪਿਆ ਸੀ। ਮੈਂ ਫੋਨ ਕੀਤਾ ਡੈਡੀ ਜੀ ਨੂੰ, ਡੈਡੀ ਨੇ ਇਹ ਗੱਲ ਕਹੀ ਕਿ ਬਸ ਦੇਖਦੇ ਆ ਵੀ ਡਾਕਟਰ ਜਵਾਬ ਦੇ ਜਾਂਦੇ ਆ, ਇੱਥੇ ਸਾਲ ਸੁਰ ਕੇ ਆ ਜਾਵਾਂਗੇ। ਅਤੇ ਜਦੋਂ ਭਰਾ ਨੇ ਉਹ ਗੱਲ ਕਹੀ ਨਾ, ਮੈਨੂੰ ਬਹੁਤ ਦੁੱਖ ਲੱਗਿਆ ਜੀ। ਮੈਂ ਕਿਹਾ ਮੈਂ ਘਰੇ ਮੈਂ 3 ਸਾਲ ਮੈਂ ਮੰਮੀ ਨੂੰ ਡੈਡੀ ਨੂੰ ਹਟਾ ਕੇ ਰੱਖਿਆ ਹੀ। ਮੈਂ ਕਿਹਾ ਤੁਸੀਂ ਕੰਮ ਨਹੀਂ ਕਰਨਾ, ਮੈਂ ਕਰੂੰਗਾ। ਮੈਂ ਇੱਦਾਂ ਸੋਚਦਾ ਰਿਹਾ ਕਿ ਮੈਂ ਕਮਾ ਕੇ ਦਊਂਗਾ, ਮੈਂ ਸਾਰੀ ਫੈਮਿਲੀ ਦਾ ਕੰਮ ਕਰੂੰਗਾ, ਮੈਂ ਕਿਸੇ ਨੂੰ ਕੰਮ ਕਰਨ ਨਹੀਂ ਜਾਣਾ ਵਾ। ਮੇਰਾ ਭਰਾ ਵੀ ਪਹਿਲਾਂ 3000  'ਤੇ ਕੰਮ ਕਰਦਾ ਸੀਗਾ ਜੀ,
ਤੇ ਫਿਰ ਉਹ 3000 ਤੋਂ ਬਾਅਦ ਉਹਨੂੰ ਵੀ ਹਟਾਤਾ ਹੀ। ਮੈਂ ਕਿਹਾ ਤੂੰ ਰਹਿਣ ਦੇ ਬਈ, ਮੈਂ ਕੰਮ ਕਰਕੇ ਦਊਂਗਾ। ਮੈਂ ਕੰਮ ਕਰਦਾ ਹੀ ਜਿੰਨਾ ਕੁ ਹੁੰਦਾ ਸੀ, ਚਲੋ ਮੈਂ ਘਰ ਚਲਾ ਲੈਂਦਾ ਸੀਗਾ ਜੀ ਪੂਰਾ। ਤੇ ਉਸ ਤੋਂ ਬਾਅਦ ਨਾ ਜਦੋਂ ਫਿਰ ਭਾਈ ਕੋਲ ਗਈ ਜੀ, ਚਲੋ ਐ ਭਰਾ ਨੇ ਬੈਠਣ ਜੋਗਾ ਕਰਤਾ ਜੀ। ਪਟਨਾ ਸਾਹਿਬ ਕੋਲ ਨਹੀਂ ਗਈ ਸੀ, ਭਰਾ ਨੇ ਬੁਲਾ ਲਿਆ ਸੀਗਾ ਜੀ। ਫਿਰ ਭਰਾ ਨੇ ਬੈਠਣ ਜੋਗਾ ਕਰਤਾ ਜੀ। ਟਾਂਕੇ ਨਹੀਂ ਲਵਾਈ ਸੀ ਪੈਰ ਦੇ ਵਿੱਚ, ਉਹ ਕਰੀਮ ਲਾ ਕੇ ਨਾ ਉਹ ਕਰਤਾ ਸੀਗਾ ਜੀ। ਆਹ ਦੇਖੋ ਟਾਂਕੇ ਨਹੀਂ ਲਵਾਈ ਸੀ, ਤਾਂ ਕਰਕੇ ਇੰਨਾ ਛੋਟਾ ਹੋ ਗਿਆ, ਸਾਰਾ ਮਾਸ ਨਿਕਲ ਗਿਆ ਸੀ ਬਾਹਰ ਜੀ। ਤੇ ਫਿਰ ਭਰਾ ਨੂੰ ਮੈਂ ਇਹ ਗੱਲ ਕਹੀ ਕਿ ਮੈਂ ਇੱਥੇ ਬੈਠਾ ਰਹਿਣਾ, ਮੈਂ ਕੋਈ ਵੀ ਮੰਮੀ ਨੂੰ ਜਿਵੇਂ ਕਹਿੰਦਾ ਸੀ ਮੰਮੀ ਮੈਨੂੰ ਪਾਣੀ ਦੇ ਦੇ, ਕਹਿੰਦੀ ਤੈਂ ਪੀਣਾ ਵੀ ਆਪਣੇ ਆਪ ਲੈ ਲਾ, ਠੀਕ ਹੈ ਜੀ। ਇਹਨਾਂ ਹਾਲਾਤਾਂ 'ਚ ਉਹ ਕਹਿੰਦੇ ਸੀ ਤੂੰ ਆਪ ਪਾਣੀ, ਹਾਂ ਆਪ, ਠੀਕ ਹੈ ਜੀ। ਤੇ ਫਿਰ ਜਦੋਂ ਮੈਂ ਬਾਥਰੂਮ ਜਾਣਾ ਹੁੰਦਾ ਮੈਂ ਕਹਿੰਦਾ ਵੀ ਗੇਟ ਖੋਲ ਦੋ। ਫਿਰ ਐਂ ਕਹਿੰਦੇ ਤੂੰ ਸਾਨੂੰ ਮਾਰ ਦੇਂਗਾ, ਤੂੰ ਸਾਨੂੰ ਖਾ ਜਾਏਗਾ, ਇਹ ਕਰੇਗਾ ਉਹ ਕਰੇਗਾ। ਉਸ ਤੋਂ ਫਿਰ ਮੈਂ ਜਦ ਡੈਡੀ ਨੂੰ ਕਹਿੰਦਾ ਹੁੰਦਾ ਜੀ, ਡੈਡੀ ਫਿਰ ਮੈਨੂੰ ਕੁੱਟ ਲੈਂਦੇ, ਮੰਨ ਲੈਂਦੇ, ਕਹਿੰਦੇ ਤੇਰੇ ਕਰਕੇ ਐਂ ਕਹਿੰਦੇ ਤੇਰੇ ਕਰਕੇ ਕਰਜ਼ੇ ਥੱਲੇ ਡੁੱਬਿਆ, ਠੀਕ ਹੈ ਤੇਰੇ ਕਰਕੇ। ਮੈਂ ਕਿਹਾ ਤੁਸੀਂ 1 ਰੁਪਿਆ ਨਹੀਂ ਲਾਇਆ, ਮੇਰਾ ਐਕਸੀਡੈਂਟ ਹੋਇਆ, ਤੁਸੀਂ 1 ਰੁਪਿਆ ਨਹੀਂ ਲਾਇਆ, ਭਰਾ ਨੇ ਲਾਇਆ 70,000 ਭਰਾ ਨੇ ਲਾਇਆ। ਕੋਈ ਨਹੀਂ, ਜਦੋਂ ਮੈਂ ਕਮਾਉਣ ਜੋਗਾ ਹੋ ਜਾਊਗਾ ਮੈਂ ਮੋੜ ਦੂੰਗਾ, ਠੀਕ ਹੈ ਜੀ। ਬਾਕੀ NGO ਵਾਲਿਆਂ ਨੇ ਸਾਡੀ ਸਪੋਰਟ ਕੀਤੀ ਹੈ, ਦਸਮੇਸ਼ ਮਿਲਟਰੀ ਨੇ। ਤੇ ਫਿਰ ਜਦੋਂ ਐਂ ਲੜਾਈ, ਇਹ ਜਜ਼ਬਾ ਹੈ ਵੀ ਜੇ ਵੱਜਦਾ ਵੇ ਤੁਸੀਂ ਕਮਾਉਣ ਲੱਗਦੇ ਹੋ ਇਹਨਾਂ ਹਾਲਾਤਾਂ 'ਚ ਵੀ ਤੁਸੀਂ ਭਰਾ ਦੇ ਪੈਸੇ ਮੋੜ ਦੋਗੇ? ਮੈਂ ਹਾਂਜੀ ਭਰਾ ਦੇ ਮੋੜੂੰਗਾ। ਮੈਂ ਕਿਹਾ ਹੈ ਭਰਾ ਨੂੰ, ਮੈਂ ਕਿਹਾ ਮੈਂ ਕਿ ਤੈਨੂੰ ਪੈਸੇ ਮੋੜੂੰਗਾ। ਮੈਂ ਕੰਮ ਦੇ ਸਿਲੇ 'ਚ ਆਇਆ ਸੀ, ਮੈਂ NGO ਵਾਲਿਆਂ ਨੂੰ ਫੋਨ, ਜਦੋਂ ਮੈਂ ਬੈਠਣ ਜੋਗਾ ਹੋ ਗਿਆ ਸੀ ਨਾ, ਜਦੋਂ ਘਰੇ ਨਿੱਕੀ ਗੱਲ ਤੇ ਲੜਾਈ ਹੋਣ ਲੱਗੀ ਜੀ, ਮੈਂ ਮੇਰੇ ਟਾਂਕੇ ਲੱਗੇ ਹੋਏ ਦੇ ਵਿੱਚ ਮੇਰੇ ਜਦੋਂ ਮੰਮੀ ਡੈਡੀ ਛੋਟੇ ਵਾਲਾ ਭਰਾ ਇਹ ਨਾਨਕੇ ਚਲੇ ਗਏ ਸੀ, ਸਾਡੇ ਨਾਲ ਲੜ ਕੇ ਮੇਰੇ ਵੱਡੇ ਭਰਾ ਨਾਲ ਮੇਰੇ ਨਾਲ, ਠੀਕ ਹੈ। ਸਾਡੇ ਵੱਡੇ ਭਰਾ ਦੀ ਮੇਰੀ ਉਹਨਾਂ ਨਾਲ ਬਣਦੀ ਨਹੀਂ, ਇਹਨਾਂ ਨੂੰ ਵੱਡਾ ਭਰਾ ਮੈਨੂੰ ਇਹ ਗੱਲ ਕਹਿੰਦਾ ਅੱਜ ਜਿਹੜੀ ਤੇਰੇ ਨਾਲ ਹਾਦਸਾ ਹੋਇਆ ਨਾ, ਕਹਿੰਦਾ ਕੱਲ ਨੂੰ ਮੇਰੇ ਨਾਲ ਹੋਣਾ ਸੀ, ਕਹਿੰਦੇ ਤਾਂ ਹੀ ਛੱਡ ਕੇ ਮੈਂ ਉੱਥੇ ਗਿਆ ਵੀ ਨਿੱਕੀ ਗੱਲ ਤੇ ਸਾਨੂੰ ਮਾਰਨ ਕੁੱਟਣ ਲੈ ਜਾਂਦੇ ਹੁੰਦੇ ਸੀਗੇ, ਠੀਕ ਹੈ। ਪਿਆਰ ਨਹੀਂ ਕਰਦੇ ਸੀ, ਕੋਈ ਵੀ ਗੱਲ ਹੁੰਦੀ ਮਾਰਨ ਕੁੱਟਣ ਲੈਣੇ, ਠੀਕ ਹੈ। ਤੇ ਉਸ ਤੋਂ ਬਾਅਦ ਨਹੀਂ, ਫਿਰ ਮੈਂ ਭਰਾ ਨੂੰ ਕਹਿੰਦਾ ਬਈ ਮੈਂ ਉਹਨਾਂ ਕੋਲ ਚਲੇ ਜਾਣਾ NGO ਵਾਲਿਆਂ ਕੋਲ। ਇਹਨਾਂ ਨੂੰ ਫੋਨ ਜਦੋਂ ਮੈਨੂੰ ਕੁੱਟਦੇ ਮਾਰਦੇ ਸੀ, ਠੀਕ ਹੈ, ਮੈਂ NGO ਵਾਲਿਆਂ ਨੂੰ ਫੋਨ ਕਰਕੇ ਰੱਖ ਦਿੰਦਾ ਹੁੰਦਾ ਸੀ, ਉਹ ਫਿਰ ਸੁਣਦੇ ਹੁੰਦੇ ਸੀਗੇ। ਫਿਰ ਨਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਸੱਚੀ ਮਾਰਦੇ ਕੁੱਟਦੇ ਆਏ, ਠੀਕ ਹੈ ਜੀ। ਫਿਰ ਮੈਂ ਦਾਦੀ ਨੂੰ ਮਨਾ ਲਿਆ, ਆਪਦੇ ਚਾਚੀ ਜਿੰਨੇ ਮੇਰੇ ਦਾਦੀ ਦਾਦਾ ਚਾਚੀ ਚਾਚਾ ਜਿੰਨੇ ਵੀ ਸੀ ਨਾ, ਸਾਰੇ ਇਹੀ ਗੱਲ ਕਹਿੰਦੇ ਸੀ ਬਈ ਮਰ ਜਾਂਦਾ ਤਾਂ ਐਂ ਕਰਕੇ ਬੈਠਾ ਸੀਗੇ ਬਾਹਰ ਜੀ। ਤੇ ਮੈਨੂੰ ਨਾ ਸਾਰੇ ਇਹੀ ਗੱਲ ਕਹਿੰਦੇ ਸੀ ਬਈ ਮਰ ਜਾਂਦਾ ਤਾਂ ਵਧੀਆ ਸੀ, ਮਰ ਜਾਂਦਾ ਤਾਂ ਵਧੀਆ ਸੀ, ਵੀ ਕੌਣ ਖਵਾਊਗਾ, ਬੋਝ ਬਣ ਗਿਆ ਘਰ ਦੇ ਤੇ। ਇਹ ਬਹੁਤ ਕੁਛ ਕਹਿਣ ਲੱਗ ਗਈ। ਰੋਜ਼ ਜਦੋਂ ਮੈਂ ਬਾਹਰ ਨਿਕਲਦਾ ਸੀ ਨਾ, ਉਦੋਂ ਹੀ ਕਹਿੰਦੇ ਸੀ ਬਈ ਤੂੰ ਮਰ ਜਾਂਦਾ ਤਾਂ ਵਧੀਆ ਸੀ, ਦੇਖਿਆ ਕੌਣ ਖਵਾਊਗਾ ਕੌਣ ਖਵਾਊਗਾ। ਕਿਉਂਕਿ ਮਾਂ-ਬਾਪ ਕੋਈ ਵੀ ਹੈ ਜਾਂ ਕੋਈ ਚਾਚਾ ਚਾਚੀ ਦਾਦਾ ਦਾਦੀ ਕੋਈ ਵੀ ਹੈ, ਇੱਦਾਂ ਦੇ ਸ਼ਬਦ ਨਹੀਂ ਬੋਲਦੇ। ਉਦੋਂ ਬੋਲਦੇ ਨੇ ਜੇਕਰ ਬੱਚੇ ਦੇ ਕੋਈ ਆਪਦੇ ਕਸੂਰਵਾਰ ਹੁੰਦਾ ਹੈ, ਕੋਈ ਬੱਚਾ ਆਪ ਮਾੜਾ ਹੁੰਦਾ, ਕੋਈ ਬੱਚੇ ਦੀਆਂ ਆਪਦੀਆਂ ਗਲਤੀਆਂ ਹੁੰਦੀਆਂ। ਕੋਈ ਦਾਰੂ ਪੱਤਾ ਨਸ਼ਾ ਪੱਤਾ ਕਰਦੇ ਹੋਗੇ ਤੁਸੀਂ, ਕੋਈ ਐਸੀ ਚੀਜ਼ ਹੈ ਚਿੱਟਾ ਵਗੈਰਾ ਕੁਛ ਇੱਦਾਂ ਦੀ ਚੀਜ਼ਾਂ ਯੂਜ਼ ਕਰਦੇ ਹੋਗੇ ਸ਼ੇਪ ਤਾਂ ਬੋਲਦੇ ਹੋਣ? ਨਹੀਂ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈ। ਇੱਦਾਂ ਦੀ ਕੋਈ ਗੱਲ ਹੁੰਦੀ ਨਾ, ਮੈਂ ਕਹਿੰਦਾ ਮੈਂ ਉਰੇ ਨਹੀਂ ਹੋਣਾ ਸੀਗਾ ਜੀ, ਠੀਕ ਹੈ ਜੀ। ਮੈਂ ਕਮਾ ਕੇ ਦਿੰਦਾ ਰਿਹਾ। ਗੱਲ ਇਹ ਨਾ, ਅੱਜ ਦੇ ਟਾਈਮ ਦੇ ਵਿੱਚ ਪੈਸਾ ਹੈਗਾ ਆਪਣੇ ਕੋਲ, ਜੇ ਆਪਣੇ ਕੋਲ ਪੈਸਾ ਹੈ ਨਾ ਤੇ ਸਭ ਹੈ, ਉੱਦਾਂ ਕੋਈ ਨਹੀਂ ਹੈ, ਠੀਕ ਹੈ ਜੀ। ਮੈਨੂੰ ਪਤਾ, ਮੈਂ ਜਦੋਂ ਤੱਕ ਪੈਸਾ ਦਿੰਦਾ ਰਿਹਾ ਉਹਨਾਂ ਨੂੰ ਕਮਾ ਕੇ, ਉਦੋਂ ਤੱਕ ਦਿੰਦੇ ਨਹੀਂ, ਜਦੋਂ ਤੱਕ ਨਹੀਂ ਦਿੰਦੇ ਉਦੋਂ ਤੱਕ ਹਟਾਤਾ ਹੀ। ਹੁਣ ਘਰੇ ਕਮਾਉਣ ਵਾਲਾ ਕੋਈ ਨਹੀਂ ਹੈਗਾ ਜੀ, ਠੀਕ ਹੈ ਜੀ। ਹੁਣ ਬਸ ਤਾਂ ਹੀ ਮੈਨੂੰ ਕੁੱਟਦੇ ਮਾਰਦੇ ਸੀ ਕਿ ਬਈ ਤੂੰ ਕਰ ਕੋ, ਮੈਨੂੰ ਇਹ ਕਹਿੰਦੇ ਵੀ ਤੂੰ ਉੱਠ ਕੇ ਬਾਹਰ ਜਾਇਆ ਕਰ, ਬਈ ਕੋਈ ਕੰਮ ਤੂੰ ਖੋਲ ਲਾ ਦੁਕਾਨ। ਮੈਨੂੰ ਇਹ ਕਹਿੰਦੇ ਕਿ ਮੇਰੇ ਟਾਂਕੇ ਲੱਗੇ ਹੁੰਦੇ ਸੀ, ਉਦੋਂ ਕਹਿੰਦੇ ਹੁੰਦੇ ਸੀ, ਠੀਕ ਹੈ। ਫਿਰ ਜਦੋਂ ਰੋਟੀ ਪਾਣੀ ਖਾਂਦਾ ਹੁੰਦੇ, ਮੈਂ ਆਪਣੇ ਲਈ ਆਪਣੇ ਭਰਾ ਲਈ ਰੋਟੀ ਤੇ ਸਬਜ਼ੀ ਮੈਂ 3-4 ਦਿਨ ਲਗਾਤਾਰ ਬਣਾਉਂਦੇ ਰਿਹਾ ਸੀ। 3-4 ਦਿਨ ਦੇਖ ਲਓ, ਫੈਮਿਲੀ ਵਾਲੇ ਛੱਡ ਕੇ ਚਲੇ ਗਏ ਸੀ, ਵੱਡੇ ਭਰਾ ਨੂੰ ਵੀ ਸਾਨੂੰ ਵੀ, ਠੀਕ ਹੈ, ਦੋਨੋਂ ਨੂੰ ਛੱਡ ਕੇ ਚਲੇ ਗਏ ਸੀ ਪਿੰਡ। ਤੇ ਕਹਿੰਦੇ ਅਸੀਂ ਨਹੀਂ ਤੁਹਾਡੇ ਨਾਲ, ਤੁਸੀਂ ਆਪ ਬਣਾਓ ਖਾਓ, ਜਿਹਨੇ ਖਾਣਾ ਉਹਨੇ ਆਪਣੇ ਆਪ ਬਣਾ ਕੇ ਖਾ ਲੈਣਾ ਹੈ ਜੀ, ਗੱਲ ਕਰਦੇ ਹੁੰਦੇ ਸੀ। ਬਹੁਤ ਦੁੱਖ ਲੱਗਦਾ ਉਹਨਾਂ। ਤੇ ਫਿਰ ਮੈਂ ਉਹਨਾਂ ਨੂੰ ਭਰਾ ਨੂੰ ਕਿਹਾ ਸੀ, ਮੈਂ ਕਹੀ ਮੈਨੂੰ ਨਾ NGO ਵਾਲੇ ਕੋਲ ਭੇਜ ਦਿਓ ਤੇ ਮੈਂ ਉੱਥੇ ਜਾ ਕੇ ਸੇਫ ਰਹੂੰਗਾ, ਉੱਥੇ ਜਾ ਕੇ ਮੈਂ ਕੰਮ ਕਰੂੰਗਾ। ਫਿਰ ਮੈਂ NGO ਵਾਲੇ ਨਾਲ ਗੱਲ ਕਰਨ ਲੱਗ ਗਿਆ ਸੀ, ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਸੀਂ ਬੁਲਾ ਲਓ ਜੀ ਮੈਨੂੰ ਚਾਹੇ ਤੁਸੀਂ ਆਪਣੇ ਘਰੇ ਜੁੱਤਾ ਬੂਟ ਜਿਹੜਾ ਮਰਜ਼ੀ ਤੁਸੀਂ ਪੋਚਾ ਮਾਰਨ ਤੇ ਰੱਖ ਲਿਓ, ਵੀ ਮੈਨੂੰ ਰੱਖ ਲਿਓ। ਤੇ ਵੀਰ ਜੀ ਨੂੰ ਉਰੇ ਬੁਲਾਇਆ, ਵੀਰ ਜੀ ਨੇ ਉਰੇ ਰੂਮ ਦਵਾਤਾ ਜੀ। ਤੇ ਬਹੁਤ ਧੰਨਵਾਦ ਕਰਦਾ ਵੀਰ ਜੀ ਦਾ ਤੇ ਇੱਧਰ ਕਮੇਟੀ ਮੈਂਬਰ ਦਾ ਜੀ। ਮਨਦੀਪ, ਤੁਸੀਂ ਸ਼ੁਰੂ ਤੋਂ ਜੇ ਗੱਲ ਕਰੀਏ, ਤੁਸੀਂ ਸਰਦਾਰ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਜਾਂ ਕੋਈ ਹੋਰ ਧਰਮ ਸੀ? ਤਾਂ ਪਹਿਲਾਂ ਤੁਸੀਂ ਸਰਦਾਰ ਹੀ ਸੀਗੇ? ਨਹੀਂ ਪਹਿਲਾਂ ਸੀ ਮੈਂ ਹਿੰਦੂ ਸੀਗਾ ਜੀ, ਜਾਣੀ ਕਿ ਇੱਕ ਦੂਜਾ ਜਨਮ ਹੋਇਆ ਮੇਰਾ ਜੀ। ਹਿੰਦੂ ਪਰਿਵਾਰ ਤੋਂ ਬਿਲੋਂਗ? ਹਾਂਜੀ, ਮੇਰਾ ਦੂਜਾ ਜਨਮ ਹੋਇਆ ਜੀ, ਜਾਣੀ ਕਿ ਉਰੇ ਆ ਕੇ ਮੇਰਾ ਦੂਜਾ ਜਨਮ ਹੋ ਗਿਆ ਜੀ। ਮੈਂ ਪਹਿਲਾਂ ਕੇਸ ਕੁਛ ਨਹੀਂ ਰੱਖੀ ਸੀ, ਹੁਣ ਮੈਂ ਕੇਸ ਰੱਖ ਲਈ, ਠੀਕ ਹੈ। ਬਹੁਤ ਵਧੀਆ ਲੱਗਦਾ। ਮੈਂ ਨਾ ਸ਼ੁਰੂ ਤੋਂ ਹੀ ਨਾ ਮੈਨੂੰ ਇਹ ਸੋਚ ਸੀ ਬਈ ਮੈਂ ਸਿੱਖ 'ਚ ਪੈਦਾ ਹੋ ਜਾਂਦਾ, ਬਹੁਤ ਵਧੀਆ ਸੀ। ਕਿਉਂ ਮੇਰੀ ਫੈਮਿਲੀ ਨਾ ਇੰਨਾ ਕੁੱਟਦੀ ਮਾਰਦੀ ਸੀ ਨਾ, ਪੁੱਛੋ ਨਾ। ਆਹ ਹੱਥ ਖਰਾਬ ਆ ਦੇਖ ਲਓ ਜੀ। ਜੇ ਉਹਨਾਂ ਨੂੰ ਮਾੜਾ ਤਰਸ ਆਉਂਦਾ ਹੁੰਦਾ ਨਾ ਫੈਮਿਲੀ ਵਾਲਿਆਂ ਨੂੰ, ਤਾਂ ਉਹਨਾਂ ਨੇ ਰੋਕ ਲੈਣਾ ਸੀ ਕਿ ਨਾ ਪੁੱਤ ਤੂੰ ਨਾ ਜਾ, ਬਈ ਅਸੀਂ ਤੈਨੂੰ ਖਵਾਵਾਂਗੇ, ਤੂੰ 2 ਟਾਈਮ ਦੀ ਰੋਟੀ ਖਾਏਗਾ, ਹੋਰ ਕੀ ਬਈ ਤੈਨੂੰ ਖਵਾਵਾਂਗੇ। ਪਰ ਕਿਸੇ ਨੇ ਰੋਕਿਆ ਨਹੀਂ ਹੈਗਾ, ਨਾ ਮੇਰੇ ਚਾਚੀ ਨੇ ਰੋਕਿਆ, ਨਾ ਮੇਰੇ ਚਾਚੀ ਨੇ, ਕਿਸੇ ਨੇ ਵੀ ਨਹੀਂ ਰੋਕਿਆ। ਮੈਨੂੰ ਦੁੱਖ ਹੁੰਦਾ, ਮੈਂ ਹੁਣ ਵੀ ਜਦੋਂ ਤੁਹਾਡਾ ਫੋਨ ਆਇਆ ਨਾ, ਉਸ ਤੋਂ 10 ਮਿੰਟ ਪਹਿਲਾਂ ਵੀ ਰੋਂਦਾ ਸੀਗਾ। ਮੈਂ ਕਿਹਾ ਮੈਂ ਇਕੱਲਾ ਯਾਰ, ਮੈਂ ਕਿੱਥੇ ਜਾਵਾਂ, ਮੇਰਾ ਦਿਲ ਨਹੀਂ ਲੱਗਦਾ। ਤੁਸੀਂ ਉਸ ਦਰਬਾਰ ਆ ਗਏ ਹੋ ਜਿੱਥੇ ਗੁਰੂਆਂ ਪੀਰਾਂ ਨੇ ਇੱਕ ਪਰਿਵਾਰ ਬਣਾਤਾ ਪੰਜਾਬ, ਜਾਂ ਕਹਿ ਦਈਏ ਸਭ ਇੱਕ ਗੁਰੂ ਦੇ ਬੱਚੇ ਆ ਆਪਾਂ।
ਤਾਂ ਹੁਣ ਇੱਕ ਮਨਦੀਪ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛੂੰਗਾ ਕਿ ਸਿੱਖ ਪਰਿਵਾਰ ਚੋਂ ਤੁਸੀਂ ਨਹੀਂ ਸੀਗੇ, ਹਿੰਦੂ ਪਰਿਵਾਰ ਸੀਗੇ, ਸਿੱਖ ਧਰਮ ਅਪਣਾ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ? ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਨਾ, ਜਿੱਥੇ ਅਸੀਂ ਰਹਿੰਦੇ ਸੀ ਨਾ ਪਹਿਲਾਂ ਹੀ, ਤੇ ਉੱਥੇ ਨਾ ਆਂਟੀ ਜੀ ਸੀਗੇ, ਉਹਨਾਂ ਕੋਲ ਕਿਰਾਏ 'ਤੇ ਰਹਿੰਦੇ ਸੀ। ਉਹਨਾਂ ਕੋਲ ਜ਼ਮੀਨ ਸੀਗੀ ਵਧੀਆ ਹੀ, ਤੇ ਉਹ ਵਧੀਆ ਸੀਗੇ, ਤੇ ਉਹਨਾਂ ਕੋਲ ਰਹਿੰਦੇ ਸੀ ਨਾ, ਉਹ ਪੰਜਾਬੀ ਸੀਗੇ। ਤੇ ਮੈਨੂੰ ਕਹਿੰਦੀ ਸੀ ਬਈ ਤੂੰ ਸਾਡੇ ਨਾਲ ਆ ਜਾ, ਵੀ ਤੈਨੂੰ ਅਸੀਂ ਕਿ ਉੱਥੇ ਜ਼ਮੀਨ ਹੈਗੀ ਸਾਡੀ, ਬਈ ਮੇਰਾ ਪੁੱਤ ਹੈਗਾ, ਤੁਸੀਂ ਦੋਨੋਂ ਹੀ ਕੰਮ ਕਰਦੇ ਰਹੋ ਵਧੀਆ, ਵੱਡੇ ਹੋ ਕੇ ਬਈ ਤੁਹਾਡਾ ਵਧੀਆ ਹੋ ਜਾਊਗਾ। ਤੇ ਮੈਂ ਉਹਨਾਂ ਨਾਲ ਰਹਿੰਦਾ ਸੀ, ਮੈਨੂੰ ਬਹੁਤ ਵਧੀਆ ਲੱਗਦਾ ਸੀ। ਮੈਂ ਸੋਚਦਾ ਸੀ ਕਿ ਮੈਂ ਸੱਚੀ ਇਹਨਾਂ ਨਾਲ ਆਂਟੀ ਨਾਲ ਸਾਹਮਣੇ ਹੋ ਜਾਵਾਂ, ਬਈ ਮੈਂ ਸਿੱਖ ਬਣ ਜਾ, ਉਹਦੀ ਸੋਚਦਾ ਬਈ। ਪਰ ਮੈਂ ਜਾਣੀ ਕਿ ਨਾ ਬਾਬਾ ਜੀ ਨੇ ਅੱਜ ਮੈਨੂੰ ਬਣਾ ਹੀ ਦਿੱਤਾ ਹੀ, ਮੈਂ ਉਰੇ ਆ ਗਿਆ। ਠੀਕ ਹੈ ਜੀ, ਦੇਖੋ ਕਹਿੰਦੇ ਨਾ ਉਰੇ ਮੱਥਾ ਟੇਕਣਾ ਬਹੁਤ ਨਸੀਬ ਵਾਲਾ ਹੁੰਦਾ, ਜਿਹੜਾ ਨਸੀਬ ਵਾਲਾ ਹੁੰਦਾ ਉਹੀ ਆ ਕੇ ਮੱਥਾ ਟੇਕਦਾ ਜੀ। ਮੈਨੂੰ ਉਰੇ ਬਾਬਾ ਜੀ ਨੇ ਰਹਿਣ ਦਾ ਮੌਕਾ ਦਿੱਤਾ ਜੀ। ਇੱਕ ਗੱਲ, ਉਰੇ ਕੋਈ ਕੁੱਟਦਾ ਮਾਰਦਾ? ਉਰੇ ਕੋਈ ਕੁੱਟਦੇ ਮਾਰਦੇ ਨਹੀਂ ਹੈਗੇ ਇੱਕ ਦੋ ਬਾਬਾ ਜੀ ਗਲਤ ਬੋਲਦੇ ਆ ਜੀ, ਉਰੇ ਗਲਤ ਵੀ ਬੋਲਦੇ ਆ, ਕਈ ਚੰਗੇ ਵੀ ਬੋਲਦੇ ਆ, ਪਰ ਕੀ ਕਰੀਏ ਹੁਣ, ਦਿਲ 'ਚ ਰੱਖਣਾ ਪੈਂਦਾ ਜੀ। ਹੈਗੇ 2-3 ਬਾਬੇ, ਹੁਣ ਕੀ ਤੁਸੀਂ ਚਲੋ ਛੱਡੋ ਜੀ, ਬਾਕੀ ਸਾਰੇ ਵਧੀਆ ਨੇ, ਬਸ 2-3 ਬਾਬੇ ਹੀ ਹੈਗੇ ਜਿਹੜੇ ਗਲਤ ਬੋਲਦੇ ਆ, ਪਰ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਦੇਣਾ, ਉਹਨਾਂ ਕੋਈ ਨਹੀਂ ਬੋਲੀ ਜਾਓ, ਤੁਹਾਡਾ ਮੂੰਹ ਆ, ਕੋਈ ਨਹੀਂ। ਤੇ ਮਨਦੀਪ, ਹੁਣ ਤੁਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਕੀ ਕਰਦੇ ਹੋ? ਕੰਮਕਾਜ ਕਰਦੇ ਹੋ ਜਾਂ ਫਿਰ ਸੇਵਾ ਹੀ ਕਰਦੇ ਹੋ? ਮੈਂ ਤਾਂ ਇਹ ਸੇਵਾ ਹੀ ਕਰਦਾ, ਭਾਂਡੇ ਦੀ ਸੇਵਾ ਕਰਦਾ, ਦਿਨੇ ਰਾਤ ਨੂੰ ਸੇਵਾ ਹੀ ਕਰਦਾ ਮੈਂ। ਹਾਂਜੀ, ਭਾਂਡੇ ਦੀ ਸੇਵਾ। ਤੇ ਹੁਣ ਇਸ ਤੋਂ ਬਾਅਦ ਜੇ ਗੱਲ ਕਰੀਏ, ਜਿਵੇਂ ਕਾਫੀ ਸਾਰੀਆਂ ਚੀਜ਼ਾਂ ਤੁਸੀਂ ਨੇ ਕਹੀਆਂ ਹੈ ਨਾ, ਜੋ ਕੁਝ ਗਲਤ ਬੋਲਦੇ ਨੇ, ਜਾਂ ਚਲੋ ਉਹ ਇੱਕ ਤੁਹਾਡਾ ਉਹਨਾਂ ਨਾਲ ਕੋਈ ਕਹਿੰਦੇ ਹੁੰਦੇ ਭੇਦਭਾਵ ਜਾਂ ਵਿਚਾਰ ਨਹੀਂ ਮਿਲਦੇ ਹੋਣਗੇ ਹੈ ਨਾ, ਪਰ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੇ ਯੁੱਗ 'ਚ ਸਭ ਤੋਂ ਵੱਡਾ ਆਪਣਾ ਕੌਣ ਹੈ? ਮੈਨੂੰ ਲੱਗਦਾ ਤੁਸੀਂ ਦੱਸ ਪਾਓਗੇ। ਤੁਹਾਨੂੰ ਲੱਗਦਾ ਕੋਈ ਆਪਣਾ ਹੈ ਇਸ ਦੁਨੀਆ ਤੇ? ਇਸ ਦੁਨੀਆ 'ਚ ਕੋਈ ਆਪਣਾ ਨਹੀਂ ਹੈ। ਜੇ ਤੁਹਾਡੇ ਕੋਲ ਪੈਸਾ ਹੈ ਫਿਰ ਤੁਹਾਡੇ ਕੋਲ ਸਾਰੇ ਨੇ, ਤੁਹਾਡੇ ਜੇ ਪੈਸਾ ਨਹੀਂ ਹੈ ਫਿਰ ਕੋਈ ਨਹੀਂ ਹੈ। ਮੈਨੂੰ ਪਤਾ ਹੀ, ਜੇ ਆਪਣੇ ਕੋਲ ਪੈਸਾ ਹੁੰਦਾ ਨਾ, 4 ਮੁੰਡੇ ਆ ਜਾਣਗੇ, ਹੁਣ ਵੀ ਆ ਜਾਣਗੇ ਜੇ ਆਪਣੇ ਕੋਲ ਪੈਸਾ ਹੋਇਆ। ਠੀਕ ਹੈ ਜੀ, ਜੇ ਆਪਣੇ ਕੋਲ ਪੈਸਾ ਨਾ ਹੋਏ ਨਾ, ਅਗਲੇ ਦੂਰੋਂ ਹੀ ਦੇਖ ਕੇ ਭੱਜਣਗੇ ਵੀ ਉਹ ਤਾਂ ਖਾਲੀ ਬੈਠਾ, ਛੱਡੋ ਆਪਾਂ ਚੱਲੀਏ। ਇਹੋ ਜਿਹੇ ਲੋਕ ਨੇ ਅੱਜ ਦੇ ਟਾਈਮ ਦੇ ਵਿੱਚ। ਪਰ ਮੈਂ ਬਹੁਤ ਧੰਨਵਾਦ ਕਰਦਾ ਬਾਬਾ ਜੀ ਆ ਕਿ ਮੈਨੂੰ ਇਸ ਧਰਤੀ 'ਤੇ ਲੈ ਕੇ ਆਈ। ਇੱਥੇ ਸਭ ਲੋਕ ਵਧੀਆ ਨੇ, ਜਿੰਨੇ ਵੀ ਮੈਨੂੰ ਭੈਣ ਭਰਾ, ਸਭ ਤੋਂ ਪਹਿਲਾਂ ਮਾਤਾ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦਾ, ਜਿੰਨਾ ਮੈਨੂੰ ਨਾ ਸੇਵਾ ਕਰਦੇ ਆ, ਉਹ ਮੈਨੂੰ ਸਭ ਕੁਝ ਚੀਜ਼ ਦੇ ਕੇ। ਮਨਦੀਪ ਦੇਖੋ, ਭਰਾ ਤਾਂ ਚਲੋ ਤੁਸੀਂ ਦੱਸਤਾ, ਭੈਣਾਂ ਵੀ ਨੇ ਤੁਹਾਡੇ, ਤੇ ਕਿਉਂਕਿ ਭੈਣਾਂ ਦਾ ਭਰਾਵਾਂ ਦੇ ਲਈ ਜਿਹੜਾ ਪਿਆਰ ਹੁੰਦਾ ਉਹ ਬੜਾ ਮਨ ਹੈ ਜਿਹੜਾ ਕੋਮਲ ਹੁੰਦਾ ਹੈ ਨਾ, ਉਹ ਅਲੱਗ ਹੀ ਪਿਆਰ ਹੈ। ਕੋਈ ਭੈਣ ਤੁਹਾਨੂੰ ਇੱਥੇ ਮਿਲਣ ਆਈ ਹੋਵੇ ਤੁਹਾਡੀ? ਮੇਰੇ ਹਾਲੇ ਤੱਕ ਆਪਣੇ ਕੋਈ ਵੀ ਨਹੀਂ ਆਏ ਸੀ। ਜਦੋਂ ਮੇਰਾ ਪੈਰ ਲੱਗਿਆ ਸੀਗਾ ਨਾ, ਉਦੋਂ ਭੱਜੇ ਸਾਈਕਲ 'ਤੇ ਦੇਖ ਲਓ, ਲੁਧਿਆਣੇ ਤੋਂ ਸਾਈਕਲ 'ਤੇ ਮੰਮੀ ਡੈਡੀ ਆਏ ਸੀ ਮੇਰਾ ਪੈਰ ਦੇਖਣ ਵਾਸਤੇ ਕਿ ਹਾਂ ਵੀ ਉਹਦਾ ਪੈਰ ਲੱਗ ਗਿਆ। ਉਹਨੂੰ ਦੇਖ ਕੇ ਉਹਨੇ ਮੈਨੂੰ ਮਿਲ ਕੇ ਗਏ ਸੀਗੇ। ਅਤੇ ਭੈਣਾਂ ਦੀ ਰਹੀ ਗੱਲ, ਭੈਣ ਬਈ ਐਂ ਕਹਿੰਦੇ ਕਿ ਤੂੰ ਸਾਡੇ ਕੋਲ ਆ ਜਾ, ਸਾਡੇ ਕੋਲ ਆ ਜਾ। ਮੇਰੇ ਪੈਰ ਤਾਂ ਨਹੀਂ, ਮੈਂ ਉਹਨਾਂ ਨੂੰ ਕੀ ਕਹਾਂ, ਮੈਂ ਕਿਵੇਂ ਆਵਾਂ? ਉਹੀ ਗੱਲ ਕਹਿੰਦੇ, ਤੂੰ ਸਾਡੇ ਕੋਲ ਆ ਜਾ, ਸਾਡੇ ਕੋਲ ਆ ਜਾ। ਉਹਨਾਂ ਨੂੰ ਇਹ ਨਹੀਂ ਹੈ ਕਿ ਵੀ ਚਲੋ ਅਸੀਂ ਜਾਈਏ, ਅਸੀਂ ਘੁੰਮੇ ਆਈਏ, ਪਰ ਨਹੀਂ, ਮੈਨੂੰ ਫੋਨ ਕਰਕੇ ਕਹਿੰਦੇ ਬਈ ਐਤਕੀ ਰੱਖੜੀ ਨੂੰ ਆ ਜੀ, ਐਂ ਕਹਿੰਦੇ ਮੈਨੂੰ। ਹੁਣ ਮੈਂ ਸੋਚਦਾ ਬਈ ਮੇਰੇ ਪੈਰ ਹੁੰਦੇ ਸੀ, ਮੈਂ ਵਧੀਆ ਜਾਂਦਾ ਸੀ, ਹੁਣ ਮੈਂ ਕਿਵੇਂ ਜਾਵਾਂ? ਮੈਂ ਇਹ ਸੋਚਦਾ ਵੀ ਮੈਂ ਚਾਹਣਾ ਹੀ ਨਹੀਂ। ਮੈਂ ਉਰੇ ਕੋਈ ਗੁਰਦੁਆਰਾ ਸਾਹਿਬ ਤੁਹਾਨੂੰ ਮਿਲਣ ਆਉਂਦੇ ਨੇ? ਹਾਂਜੀ, ਉਰੇ ਬਹੁਤ ਮਾਤਾ ਭੈਣਾਂ ਆਉਂਦੀਆਂ ਨੇ, ਬਹੁਤ ਜ਼ਿਆਦਾ। ਪਿਛਲੇ ਸਾਲ ਤੁਹਾਡੇ ਪਰਿਵਾਰ ਦਾ ਕੋਈ ਜੀ? ਨਹੀਂ, ਹਾਲੇ ਤਾਂ ਕੋਈ ਵੀ ਨਹੀਂ। ਕਿੰਨਾ ਸਮਾਂ ਹੋਗਾ ਤੁਹਾਨੂੰ ਗੁਰਦੁਆਰਾ ਸਾਹਿਬ ਰਹਿੰਦੇ? ਮੈਨੂੰ ਅਗਸਤ 'ਚ 8 ਅਗਸਤ ਨੂੰ ਮੈਨੂੰ 1 ਸਾਲ ਹੋ ਜਾਣਾ ਜੀ। ਅੱਛਾ। ਹਾਂਜੀ, ਅਗਲੇ ਮਹੀਨੇ 1 ਸਾਲ ਹੋ ਜਾਣਾ ਮੈਨੂੰ ਉਰੇ ਰਹਿੰਦੇ ਨੂੰ। ਪੂਰਾ 1 ਸਾਲ ਹੋ ਗਿਆ। ਪੂਰੇ 1 ਸਾਲ 'ਚ ਤੁਹਾਡੇ ਪਰਿਵਾਰ 'ਚੋਂ ਕੋਈ ਭੈਣ ਭਰਾ, ਮਾਂ ਬਾਪ ਕੋਈ ਵੀ ਨਹੀਂ ਆਇਆ ਮਿਲਣ ਕੇ ਮਨਦੀਪ ਤੂੰ ਕਿਵੇਂ ਆ, ਤੈਨੂੰ ਕੋਈ NGO ਲੈ ਗਈ, ਜਾਂ ਤੂੰ ਕਿਸੇ ਹੋਰ ਸ਼ਹਿਰ 'ਚ ਰਹਿ ਰਿਹਾ, ਕਿਸੇ ਹੋਰ ਸ਼ਹਿਰ ਦਾ ਹੁੰਦਾ ਹੋਇਆ ਵੀ ਕਿਸੇ ਤਰੀਕੇ ਦੁੱਖ ਤਕਲੀਫ ਵੰਡਾਉਣ ਆਏ ਨਹੀਂ? ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਮੈਂ ਕਹਿੰਦਾ ਮੇਰੇ ਯਾਰ ਦੋਸਤ ਵੀ ਇਹੋ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਆਵਾਂਗੇ, ਉਹ ਵੀ ਨਹੀਂ। 2-3 ਆਇਆ ਬਸ, ਉਹ ਵੀ ਨਾ ਬਸ ਆਏ ਆ, ਘੰਟਾ ਬੈਠੇ ਚਲ ਗਏ। ਕੋਈ ਜਿਹੜੀ ਦਿਲ ਦਾ ਜਿਹੜੀ ਫੀਲਿੰਗ ਹੁੰਦੀ ਹੈ ਨਾ, ਉਹ ਫੀਲਿੰਗ ਕੋਈ ਸਮਝ ਨਹੀਂ ਸਕਦਾ। ਮੇਰੀ ਕਿਹੜੀ ਫੀਲਿੰਗ ਆ, ਮੈਂ ਕਿਹੜੇ ਜਿਵੇਂ ਜੀ ਰਿਹਾ ਮੈਨੂੰ ਪਤਾ। ਮੈਂ ਬਹੁਤ, ਮੈਨੂੰ ਨਾ ਥੋੜ੍ਹਾ ਤਰ੍ਹਾਂ ਹੁੰਦਾ, ਕਦੇ ਐਂ ਦਿਲ ਕਰਦਾ ਕਿ ਯਾਰ ਚੱਲ ਯਾਰ ਮਰ ਜੀ, ਇਹ ਕਲਿਓ, ਪਰ ਫਿਰ ਕਹਿੰਦੇ ਚੱਲ ਛੱਡ ਯਾਰ, ਬਾਬਾ ਜੀ ਨੇ ਬਚਾ ਲਿਆ। ਜੇ ਮਰਨਾ ਹੁੰਦਾ ਪਹਿਲਾਂ ਹੀ ਮਰ ਜਾਂਦੇ ਆ ਕਿ ਨਹੀਂ, ਹੁਣ ਬਾਬਾ ਜੀ ਨੇ ਬਚਾ ਲਿਆ। ਫਿਰ ਮੈਂ ਕਹਿੰਦਾ ਚਲੋ ਨਹੀਂ, ਸੇਵਾ ਹੀ ਕਰਾਂਗੇ ਵਧੀਆ। ਫਿਰ ਮੈਂ ਸੇਵਾ ਹੀ 'ਤੇ ਲੱਗਿਆ ਉਹਨਾਂ ਹੀ। ਅਤੇ ਕਿਉਂਕਿ ਮਨਦੀਪ ਜੋ ਬੀਤਿਆ ਤੁਹਾਡੇ ਨਾਲ ਬਹੁਤ ਦੁਖਦਾਇਕ ਹੈ। ਮੈਨੂੰ ਸੁਣ ਕੇ ਗੱਲਾਂ ਇਹ ਲੱਗ ਰਿਹਾ ਕਿ ਯਾਰ ਮੈਂ ਮਤਲਬ ਐਕਸਪਲੇਨ ਨਹੀਂ ਕਰ ਰਿਹਾ। ਮੈਂ ਜੇ ਦੱਸਾਂ ਕਿ ਮੇਰੇ ਇੱਥੋਂ ਗੱਲ ਕਰਦੇ ਲੂੰ ਕੰਡੇ ਇਸ ਤਰੀਕੇ ਨਾਲ ਖੜੇ ਹੋ ਰਹੇ ਨੇ, ਪੰਜਾਬੀ 'ਚ ਗੱਲ ਕਰੀਏ ਤਾਂ ਨਾ, ਕਿ ਮੈਂ ਅੱਗੇ ਕੀ ਪੁੱਛਾਂ, ਕੀ ਸਵਾਲ। ਯਾਰ ਮਾਂ ਦਾ ਦਿਲ ਨਹੀਂ ਇੰਨਾ ਪੱਥਰ ਦਿਲ ਹੁੰਦਾ, ਕਿਉਂਕਿ ਪਿਓ ਦਾ ਚਲੋ ਕਿਤੇ ਨਾ ਕਿਤੇ ਪਿਓ ਕੰਮਕਾਰਾਂ ਦੀ ਟੈਨਸ਼ਨਾਂ ਦੇ ਵਿੱਚ ਹੁੰਦਾ ਹੈ। ਅਕਸਰ ਕੋਈ ਗੱਲਬਾਤ ਹੋਰ ਸੁਣਨ ਨੂੰ ਮਿਲਦੀ ਹੈ, ਡੇਲੀ ਬਹੁਤ ਸਾਰੇ ਖਰਚੇ ਹੁੰਦੇ ਨੇ, ਬਹੁਤ ਸਾਰੀਆਂ ਤਕਲੀਫਾਂ ਉਹਨਾਂ ਦੇ ਸਿਰ 'ਤੇ ਹੁੰਦੀਆਂ ਨੇ। ਪਰ ਮਾਂ ਬਾਪ ਇੱਦਾਂ ਦਾ ਨਹੀਂ ਹੋਣਾ ਚਾਹੀਦਾ, ਭੈਣ ਭਰਾ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਖੂਨ ਦਾ ਰਿਸ਼ਤੇ ਨਾਲੋਂ ਵੱਧ ਕੇ NGO ਵਾਲਿਆਂ ਨੇ ਤੁਹਾਡਾ ਸਾਥ ਦਿੱਤਾ। ਹਾਂਜੀ, NGO ਵਾਲਿਆਂ ਨੇ ਸਾਥ ਬਹੁਤ ਦਿੱਤਾ ਜੀ। ਬਾਕੀ ਗੁਰਦੁਆਰਾ ਸਿੰਘ ਸ਼ਹੀਦਾਂ ਕਮੇਟੀ ਮੈਂਬਰ ਦਾ ਜੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਰਹਿਣ ਵਾਸਤੇ ਰੂਮ ਦਿੱਤਾ ਜੀ। ਹਾਂਜੀ, ਅਤੇ ਅੱਜ ਉਹਨਾਂ ਦੋਨਾਂ
ਕਰਕੇ ਆਇਆ। ਬਾਕੀ ਬਾਬਾ ਜੀ ਹੈਗੇ ਆ। ਕਿਹੜੀ ਐਨਜੀਓ ਨੇ ਤੁਹਾਡਾ ਸਾਥ ਦਿੱਤਾ? ਵੀਰ ਦਾ ਨਾਮ ਕੀ ਹੈ ਉਹਨਾਂ ਦਾ? ਦਸਮੇਸ਼ ਹੋਮੈਲਿਟੀ ਟਰਸਟ, ਤੇ ਵੀਰ ਜੀ ਦਾ ਨਾਮ ਹੈਗਾ ਸਰਦਾਰ ਅਮਨਦੀਪ ਸਿੰਘ ਜੀ। ਅੱਛਾ, ਹਾਂਜੀ। ਤੇ ਆਉਂਦੇ ਨੇ ਤੁਹਾਨੂੰ ਮਿਲਣ ਹੁਣ ਵੀ? ਹਾਂਜੀ, ਇਹਨਾਂ ਦੀ ਦੁਕਾਨ ਆਪਣੇ ਲਾਈਟਾਂ ਤੋਂ ਮੁੜ ਕੇ ਨਾ, ਪਹਿਲੀ ਦੁਕਾਨ ਆ ਲਾਈਟਾਂ ਤੋਂ ਮੁੜ ਕੇ, ਪਹਿਲੀ ਸਵੀਟ ਦੀ ਦੁਕਾਨ ਮਠਿਆਈ ਦੀ, ਰਜਾਈ ਵਾਲੇ ਦੇ ਨਾਲ ਉਹਨਾਂ ਦੀ ਦੁਕਾਨ ਆ। ਫਿਰ ਕਦੇ ਕਦੇ ਦਿਲ ਹੁੰਦਾ ਮੈਨੂੰ ਫੋਨ ਕਰਕੇ ਬੁਲਾ ਜਾਂਦੇ, ਮੈਂ ਉੱਥੇ ਚਲੇ ਜਾਂਦਾ ਉਹਨਾਂ। ਚਾਹ ਚੂ ਜੇ ਕੋਈ ਖਾਣਾ ਪੀਂਦਾ ਹੁੰਦਾ ਮੈਂ ਉੱਥੇ ਖਾਇਆ ਉਹਨਾਂ ਨਾਲ, ਮੈਨੂੰ ਕਹਿ ਦਿੰਦੇ ਉਹਨੇ ਖਾ ਲਿਆ ਕਰ, ਤੂੰ ਆ ਜਾਇਆ ਕਰ ਬਈ, ਤੇਰਾ ਮਨ ਲੱਗਿਆ ਦਊਗਾ। ਮੈਂ ਕਿਹਾ ਨਹੀਂ ਠੀਕ ਹੈ, ਫਿਰ ਮੈਂ ਜਾਇਆ ਉਹਨਾਂ ਨਾਲ ਹੀ। ਅੱਛਾ ਮਨਦੀਪ, ਉਹ ਕਿਉਂਕਿ ਵਾਹਿਗੁਰੂ ਨੇ ਤੁਹਾਨੂੰ ਦੁਬਾਰੇ ਜੀਵਨ ਬਖਸ਼ਤਾ ਹੈ ਨਾ, ਉਹ ਚੀਜ਼ਾਂ ਦੇਖਣ ਨੂੰ ਮਿਲ ਗਈਆਂ ਸ਼ਾਇਦ ਜੋ ਤੁਸੀਂ ਜਦੋਂ ਰੇਲ ਦੀ ਪਟੜੀ 'ਤੇ ਤੁਸੀਂ ਪਏ ਸੀਗੇ ਹੈ ਨਾ। ਮੈਂ ਕਹਿੰਦਾ ਮੈਂ ਟ੍ਰੇਨ ਦਾ ਇੱਕ ਨੱਟ ਦੇਖਿਆ ਸੀ, ਮੈਂ ਕਿਹੜਾ ਕਿੱਧਰ ਨੂੰ ਜਾ ਰਿਹਾ, ਮੈਂ ਸਾਰੀ ਟ੍ਰੇਨ ਦੇਖੀ ਜਦੋਂ ਮੇਰੇ ਉੱਪਰ ਨੰਗੀ ਆਈ। ਮੈਂ ਕਹਿੰਦਾ ਜੇ ਮੇਰੇ ਜਗ੍ਹਾ ਕੋਈ ਹੋਰ ਹੁੰਦਾ ਨਾ, ਬਚਣਾ ਨਹੀਂ ਸੀ ਉਹਨੇ। ਮੈਨੂੰ ਪਤਾ, ਮੈਂ ਇੱਕ ਚੀਜ਼ ਦੇਖਿਆ ਟ੍ਰੇਨ ਦਾ ਵੀ ਕੀ ਚੀਜ਼ ਥੱਲੇ ਲੱਗਿਆ ਹੁੰਦਾ ਜੀ, ਮੈਂ ਉਹ ਦੇਖਿਆ। ਮੈਂ ਪਿਆ ਸੀਗਾ ਜੀ, ਮੇਰਾ ਹੱਥ ਨਹੀਂ ਕੰਮ ਕਰਦਾ ਜੀ, ਐਂ ਲੱਗਦਾ ਵੀ ਕਿਸੇ ਨੇ ਫੜ ਲਿਆ, ਮੇਰਾ ਹੱਥ ਨਹੀਂ ਕੰਮ ਕਰਦਾ ਸੀਗਾ ਜੀ, ਨਹੀਂ ਮੈਂ ਉੱਠ ਜਾਣਾ ਸੀਗਾ ਜੀ। ਉਸ ਅਹਿਸਾਸ ਤੋਂ ਬਾਹਰ ਆ ਪਾਏ ਹੋ ਅੱਜ ਤੱਕ? ਨਹੀਂ ਜੀ, ਮੈਂ ਕੀ ਦੱਸਾਂ, ਮੈਨੂੰ ਮੈਂ ਜਦੋਂ ਸੁੱਤਾ ਪਿਆ ਉਹਨਾਂ ਨਾਲ ਬਹੁਤ ਟੈਨਸ਼ਨ ਆਉਂਦੀ ਬਈ ਕਿਵੇਂ ਪਹਿਲਾਂ ਕਿਵੇਂ ਸੀ ਹੁਣ ਕੀ ਹੋ ਗਏ। ਜਾਣੀ ਕਿ ਨਾ ਮੈਨੂੰ ਵੀ ਖੜੇ ਹੋਣ ਦਾ ਦਿਲ ਕਰਦਾ, ਬੈਠੇ ਬੰਦਾ ਅੱਕ ਜਾਂਦਾ, ਬੰਦਾ 1 ਘੰਟਾ ਹੀ ਬੈਠਣਾ ਅੱਕ ਜਾਂਦਾ ਜੀ। ਪਰ ਮੈਨੂੰ ਪਤਾ ਮੈਂ ਕੀ ਕਰ ਰਿਹਾ। ਬਾਕੀ ਬਾਬਾ ਜੀ ਅੱਗੇ ਮੈਂ ਬਸ ਇਹ ਅਰਦਾਸ ਕਰਦਾ, ਬਾਬਾ ਜੀ ਹੱਥ ਵਾਦੇ ਰੱਖਿਓ ਸਾਰਿਆਂ ਨੂੰ। ਹੁਣ ਵੀ ਸ਼ੁਕਰਾਨਾ ਕਰਦੇ ਹੋ ਵਾਹਿਗੁਰੂ ਦਾ ਕਿ ਮੈਨੂੰ ਬਖਸ਼ ਦੀ? ਹਾਂਜੀ, ਮੈਂ ਬਾਬਾ ਜੀ ਨੂੰ ਇਹੀ ਕਿਹਾ। ਮੈਂ ਨਾ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ, ਮੈਂ ਕਈ ਲੋਕ ਹੁੰਦੇ ਬਈ ਕੁਛ ਨੇ ਬਾਬਾ ਜੀ ਮੇਰਾ ਕੀ ਕਰਦਾ, ਮੈਂ ਨਹੀਂ, ਮੈਂ ਬਾਬਾ ਜੀ ਨੂੰ ਇਹ ਗੱਲ ਕਹੀ ਸੀ, ਬਾਬਾ ਜੀ ਤੁਸੀਂ ਜੋ ਕਰਨਾ ਵਧੀਆ ਕਰਨਾ, ਕੋਈ ਨਹੀਂ ਤੁਸੀਂ ਜੇ ਮਾਰ ਨਾ ਮਾਰ ਲਓ, ਵਿੱਚੋਂ ਨਾ ਬਚਾ ਲਓ, ਠੀਕ ਹੈ। ਅੱਜ ਦੇਖ ਲਓ ਬਾਬਾ ਜੀ ਨੇ ਬਚਾਇਆ ਵੀ, ਆਪਣੇ ਦਰ ਤੇ ਵੀ ਲੈ ਕੇ ਆ ਗਏ, ਦੇਖ ਲਓ ਇੰਨੀ ਜਿਹੜੀ ਖੁਸ਼ ਨਸੀਬ ਮੈਂ ਕਿ ਬਾਬਾ ਜੀ ਦੇ ਦਰ ਤੇ ਆ ਗਈ ਮੈਂ। ਨਾਲੇ ਦੂਜੀ ਲਾਈਫ ਸ਼ੁਰੂ ਹੋ ਗਿਆ, ਹਿੰਦੂ ਤੋਂ ਸਿੱਖ ਬਣ ਗਈ, ਵਧੀਆ, ਮੈਨੂੰ ਬਹੁਤ ਪਿਆਰ ਮਿਲਦਾ ਜੀ। ਖੁਸ਼ ਨਸੀਬੀ ਸਮਝਦੇ ਹੋ ਤੁਸੀਂ ਕਿ ਚਲੋ ਆਪਦੇ ਢਿੱਡੋਂ ਜੰਮਿਆਂ ਨੇ ਤਾਂ ਨਹੀਂ ਹੈ ਨਾ ਸੇਵਾ ਕੀਤੀ, ਪਰ ਵਾਹਿਗੁਰੂ ਤੋਂ ਤੁਸੀਂ ਸੇਵਾ ਖੁਦ ਲੈ ਰਹੇ ਹੋ। ਬੇਸ਼ੱਕ ਦੀ ਤੁਸੀਂ ਸੇਵਾ ਕਰ ਰਹੇ ਹੋ, ਕਹਿ ਰਹੇ ਹੋ, ਪਰ ਵਾਹਿਗੁਰੂ ਵੀ ਤੁਹਾਡੀ ਸੇਵਾ ਕਰ ਰਿਹਾ। ਮੈਂ ਕਹਿੰਦਾ ਕੋਈ ਵੀ ਚੀਜ਼ ਦੀ ਲੋੜ ਹੁੰਦੀ ਨਾ, ਮੈਂ ਮਨ ਦੇ ਸੋਚਦਾ, ਠੀਕ ਹੈ, ਕੋਈ ਨਾ ਕੋਈ ਭੈਣ ਭਰਾ ਲੈ ਕੇ ਆਹੀ ਜਾਂਦੇ ਆ ਵੀ ਆ ਲੈ ਤੂੰ ਆਹ ਚੀਜ਼ ਨਹੀਂ ਸੀ ਤੇਰੇ ਕੋਲ। ਜਿਵੇਂ ਇੱਕ ਮਾਤਾ ਹੀ ਹੈਗੇ ਆ ਢੋਲ ਦੇ ਕੇ ਗਏ ਸੀ, ਹੋਰ ਵੀ ਸਮਾਨ ਦੇਣ ਦਾ ਮਾਤਾ ਭੈਣਾਂ ਹੀ। ਤੇ ਜਦੋਂ ਨਹੀਂ ਹੁੰਦਾ ਨਾ ਕੋਈ ਚੀਜ਼, ਉਹ ਦੇ ਕੇ ਤੇਲ ਵੀ ਦੇ ਕੇ ਗਈ ਸੀ, ਦੇਖ ਕੇ ਗਈ ਸੀ, ਆ ਕੇ ਬਹਿ ਕੇ ਗਈ ਸੀ, 5 ਮਿੰਟ ਮਿਲ ਕੇ ਗਈ ਸੀ ਮੈਨੂੰ। ਕੋਈ ਵੀ ਸਮਾਨ ਹੁੰਦਾ ਲੈ ਕੇ ਦੇ ਦਿੰਦੇ। ਮਾਤਾ ਭੈਣਾਂ ਦਾ ਸਭ ਤੋਂ ਪਹਿਲਾਂ ਹੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਜਿਹੜੇ ਅੱਜ ਮੇਰੀ ਹੈਲਪ ਕਰ ਰਿਹਾ। ਤੇ ਜਦੋਂ ਮੈਂ ਕਮਾਉਣ ਲੱਗ ਗਿਆ ਨਹੀਂ, ਬਹੁਤ ਬਹੁਤ ਧੰਨਵਾਦ ਬਾਬਾ ਜੀ, ਤੁਹਾਡੀ ਹੈਲਪ ਬਾਬਾ ਜੀ ਜਿਹੜੀ ਕਿ ਹੱਸਦੇ ਵੱਸਦੇ ਰੱਖਣ ਤੁਹਾਨੂੰ ਹੀ ਬਸ। ਮਨਦੀਪ, ਮੈਂ ਚਾਹੂੰਗਾ ਜਾਂਦੇ ਕਿਉਂਕਿ ਕਾਫੀ ਸਮਾਂ ਵੀ ਹੋ ਗਿਆ ਗੱਲਾਂ ਬਾਤਾਂ ਕਰਦੇ, ਮੇਰੇ ਤੋਂ ਹੋਰ ਨਹੀਂ ਕੁਝ ਪੁੱਛ ਹੋ ਰਿਹਾ ਤੁਹਾਡੇ ਤੋਂ, ਪਰ ਤੁਹਾਡੀ ਜੋ ਕਹਾਣੀ ਸੀ ਦਰਦਾਂ ਭਰੀ ਦੁਖਦਾਇਕ ਜੋ ਤੁਹਾਡੀ ਲਾਈਫ ਸੀਗੀ, ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਆਇਆ, ਤਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੀ, ਪਰ ਮੇਰੇ ਤੋਂ ਅੱਗੇ ਨਹੀਂ ਕੁਛ ਹੋ ਰਿਹਾ। ਮਾफ़ ਕਰੀ ਮੇਰੇ ਵੀਰ, ਮੇਰੇ ਤੋਂ ਹੋਰ ਦੁੱਖ ਨਹੀਂ ਸੁਣਾਇਆ, ਪਰ ਮੈਂ ਚਾਹੂੰਗਾ ਕਿ ਹੁਣ ਇੱਥੇ ਹੀ ਖਤਮ ਕਰ ਦਈਏ ਸਾਰਾ ਕੁਝ ਜਾਂਦੇ ਸਮੇਂ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ, ਤੇ ਉਹਨਾਂ NGO ਵੀਰ ਦਾ ਧੰਨਵਾਦ ਕਰਨਾ ਚਾਹੋਗੇ? ਹਾਂਜੀ, ਦਸਮੇਸ਼ ਹੋਮੈਲਿਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਦੂਜਾ ਕਮੇਟੀ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਰਹਿਣ ਵਾਸਤੇ ਦਿੱਤਾ, ਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਇੱਦਾਂ ਰਹਿ ਨਹੀਂ ਦਿੰਦਾ ਕਿਸੇ ਨੂੰ ਵੀ। ਮੇਰੇ ਵਰਗੇ ਕਈ ਭੈਣ ਭਰਾ ਰੋਡ 'ਤੇ ਬੈਠੇ, ਉਹਨਾਂ ਨੂੰ ਵੀ ਭੈਣ ਭਰਾ ਨੂੰ ਮੈਂ ਇਹੀ ਗੱਲ ਕਹੂੰਗਾ ਕਿ ਤੁਸੀਂ ਰੋਡ 'ਤੇ ਨਾ ਬੈਠੋ, ਉਸ ਤੋਂ ਚੰਗੀ ਜਗ੍ਹਾ ਤੁਸੀਂ ਗੁਰੂ ਘਰ ਆ ਕੇ ਸੇਵਾ ਕਰੋ, 4 ਲੋਕ ਤੁਹਾਨੂੰ ਦੇਖਣਗੇ। ਸੋ ਜਿਹੜੇ ਤੁਸੀਂ ਰੋਡ 'ਤੇ ਉਹ ਤੁਹਾਨੂੰ ਮਿਲਦੇ ਆ ਨਾ, ਉਸ ਤੋਂ ਵੱਧ ਤੁਹਾਨੂੰ ਬਾਬਾ ਜੀ ਨੇ ਉਰੇ ਦੇ ਦੇਣਾ ਹੀ, ਠੀਕ ਹੈ ਜੀ। ਮੈਂ ਉਰੇ ਰਹਿਣਾ ਹੀ, ਮੈਨੂੰ ਕੋਈ ਚੀਜ਼ ਦੀ ਕਮੀ ਨਹੀਂ ਹੈ ਬਈ, ਅੱਜ ਇਹ ਚੀਜ਼ ਨਹੀਂ ਹੈ, ਅੱਜ ਸਭ ਕੁਝ ਚੀਜ਼ ਮੈਂ ਕਹਿੰਦਾ ਜਦੋਂ ਮੇਰੇ ਕੋਈ ਚੀਜ਼ ਦੀ ਲੋੜ ਹੁੰਦੀ ਨਾ, ਮੈਂ ਮਨ ਦੇ ਵੀ ਸੋਚਦਾ ਮੈਂ ਬਾਬਾ ਜੀ ਇਹ ਨਹੀਂ ਹੈ, ਮਿੰਟਾਂ 'ਚ ਆ ਜਾਂਦਾ ਜੀ। ਮੈਂ ਬਾਬਾ ਜੀ ਦਾ ਅਰਦਾਸ ਕਰਦਾ, ਬਾਬਾ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੰਨੀ ਹੈਲਪ ਕਰਦੇ ਹੋ ਮੇਰੀ। ਅੱਛਾ, ਜਿਵੇਂ ਆਪਾਂ ਇੱਕ ਪਿਓ ਤੋਂ ਮੰਗਦੇ ਹਾਂ ਤਾਂ ਵਾਹਿਗੁਰੂ ਤੋਂ ਮੰਗਦੇ ਹੋ ਤਾਂ ਵਾਹਿਗੁਰੂ ਦਿੰਦੇ। ਹਾਂਜੀ, ਜਿਵੇਂ ਹੁਣ ਮੇਰੀ ਭੈਣ ਭਰਾ ਬਾਬਾ ਜੀ ਸਭ ਕੁਝ ਇਹੀ ਨਹੀਂ, ਮੈਂ ਜਦੋਂ ਮੈਨੂੰ ਲੋੜ ਪੈਂਦੀ ਨਾ, ਮੈਂ ਅੱਖ ਬੰਦ ਕਰਕੇ ਨਾ ਬਸ ਸੋਚ ਲੈਣਾ, ਮੈਂ ਵਾਹਿਗੁਰੂ ਕਰ ਦੇਣਾ, ਨਾਲੇ ਮਨ 'ਚ ਸੋਚ ਦੇਣਾ ਬਾਬਾ ਜੀ ਇਹ ਚੀਜ਼ ਨਹੀਂ ਹੈ, ਜਦੀ ਆਉਂਦੀ ਚੀਜ਼। ਮੈਂ ਬਹੁਤ ਜਾਣੀ ਕਿ ਖੁਸ਼ ਨਸੀਬ ਹੈ ਇੱਕ ਤਰ੍ਹਾਂ ਦਾ ਕਿ ਹਾਂ ਮੈਨੂੰ ਦੂਜਾ ਲਾਈਫ ਮਿਲਿਆ। ਬਹੁਤ ਪਹਿਲਾਂ ਤਾਂ ਮੈਂ ਰੋਂਦਾ ਹੀ ਸੀ, ਪਹਿਲਾਂ ਮੈਨੂੰ ਰੋਂਦਾ ਹੀ ਰਿਹਾ ਮੈਂ ਸਾਰੀ ਜ਼ਿੰਦਗੀ, ਜਦੋਂ ਤੱਕ ਮੈਂ ਪੈਰ ਰਿਹਾ ਸੀ ਮੇਰਾ। ਪਰ ਹੁਣ ਜਦੋਂ ਤੱਕ ਐਂ ਹਨ ਜਾਂ ਹੁਣ ਹੱਸਦਾ ਵੱਧਦਾ ਹੀ ਰਹਿਣਾ, ਕੋਈ ਗੱਲ ਨਹੀਂ। ਕਦੇ ਹਾਂ ਯਾਦ ਆ ਜਾਂਦੀ ਹੈ, ਫੈਮਿਲੀ ਆਉਂਦੀ ਹੈ ਯਾਦ, ਕਿ ਉਹਨੂੰ ਹਰ ਇੱਕ ਦੀ ਆਉਂਦੀ ਹੈ ਬਈ ਫੈਮਿਲੀ ਆ, ਤੇ ਕੋਈ ਨਹੀਂ ਉਦੋਂ ਫਿਰ ਮਾੜਾ ਰੋ ਕੇ ਮਨ ਹਲਕਾ ਹੁੰਦਾ, ਰੋਣ ਤੋਂ ਬਾਅਦ ਰੋ ਲੈਂਦੇ ਉਹਨੇ, ਕੋਈ ਨਹੀਂ, ਫਿਰ ਚੁੱਪ ਕਰ ਜਾਂਦੇ ਉਹਨੇ, ਕੋਈ ਨਹੀਂ। ਧੰਨਵਾਦ ਮਨਦੀਪ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੀ ਇਹ ਕਹਾਣੀ ਜਿਹੜੀ ਸੀ, ਕਿਉਂਕਿ ਲਾਈਫ ਦੀ ਇੱਕ ਸੱਚਾਈ ਹੈ ਜਿਹੜੀ, ਉਹ ਸੱਚਾਈ ਨੂੰ ਤੁਸੀਂ ਇੱਕ ਗੱਲਾਂ ਦੇ ਜਿਹੜੀ ਮਾਲਾ ਦੇ ਵਿੱਚ ਬੁਣ ਕੇ ਦਿੱਤਾ ਹੈ, ਤੇ ਵਾਹਿਗੁਰੂ ਦੇ ਜਿਹੜਾ ਤੁਹਾਡੇ 'ਤੇ ਅਪਾਰ ਕਿਰਪਾ ਹੋਈ ਹੈ। ਸੁਣ ਕੇ ਮੈਨੂੰ ਅੱਜ ਵਾਕਈ ਖੁਸ਼ੀ ਹੋ ਰਹੀ ਹੈ ਕਿ ਹਾਂ, ਕਿ ਬੰਦੇ ਨੂੰ ਦੂਜਾ ਜੀਵਨ ਚਾਹੇ ਜਿਵੇਂ ਵੀ ਮਿਲਿਆ ਵਾਹਿਗੁਰੂ ਨੇ ਬਖਸ਼ਿਆ, ਤੇ ਵਾਹਿਗੁਰੂ ਨੇ ਇੱਦਾਂ ਬਖਸ਼ਿਆ ਕਿ ਉਸ ਨੂੰ ਇਸ 'ਚ ਵੀ ਖੁਸ਼ ਨਸੀਬੀ ਲੱਗ ਰਹੀ ਹੈ, ਆਪਣੇ ਆਪ 'ਚੋਂ ਖੁਸ਼ ਹੈ ਕਿ ਮੈਂ ਜੋ ਮੰਗਦਾ ਵਾਹਿਗੁਰੂ ਤੋਂ ਦਿੰਦੇ ਨੇ। ਮੈਂ ਉਸ ਘਰੇ ਆ ਗਿਆ ਜਿੱਥੇ ਮੇਰੇ ਅੱਖ ਝਪਕਦੇ ਮੈਨੂੰ ਚੀਜ਼ ਮੰਗਣ ਦੀ ਲੋੜ ਨਹੀਂ ਪੈਂਦੀ, ਮਨ ਵਿੱਚ ਸੋਚਦਾ ਤੇ ਚੀਜ਼ ਸਾਹਮਣੇ ਆ ਜਾਂਦੀ ਹੈ। ਆਪਣੇ ਮਾਂ-ਬਾਪ ਤਾਂ ਨਹੀਂ, ਪਰ ਸ਼ਾਇਦ ਗੁਰੂ ਜੀ ਨੇ ਇਹਨਾਂ ਨੂੰ ਬਹੁਤ ਸਾਰੇ ਮਾਂ-ਬਾਪ, ਬਹੁਤ ਸਾਰੇ ਭੈਣ ਭਰਾ ਬਖਸ਼ ਦਿੱਤੇ, ਬਹੁਤ ਸਾਰੀ ਜਿਹੜੀਆਂ ਨੇ ਚੀਜ਼ਾਂ ਦੇ ਦਿੱਤੀਆਂ ਨੇ ਦਾਤੇ ਨੇ। ਸ਼ਾਇਦ
ਇਹਨਾਂ ਦੀ ਕਿਸਮਤ ਦੇ ਵਿੱਚ ਕਹਿੰਦੇ ਨੇ ਚੱਲਣਾ ਨਹੀਂ ਲਿਖਿਆ ਸੀ। ਬੈਠੀ ਬਿਠਾਈ ਦੀ ਇੱਕ ਵਾਹਿਗੁਰੂ ਨੇ ਜੋ ਸੇਵਾ ਲਾਈ ਹੈ ਸੰਗਤ ਨੂੰ, ਸ਼ਾਇਦ ਉਹ ਇਹਨਾਂ ਨੂੰ ਸੇਵਾ ਮਿਲ ਰਹੀ ਹੈ, ਜੋ ਉਹ ਇਹਨਾਂ ਨੂੰ ਪਿਆਰ ਮਿਲ ਰਿਹਾ ਹੈ। ਜਿਵੇਂ ਬਾਈ ਨੇ ਦੱਸਿਆ ਕਿ ਹਰ ਇੱਕ ਚੀਜ਼ ਮੈਂ ਕਹਿਣਾ ਤਾਂ ਉਹ ਮਿਲਦੀ ਹੈ, ਉਹ ਮੈਨੂੰ ਮੰਗਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਆ ਕੇ ਕੁਝ ਪਿਆਰੇ ਨੇ, ਕੁਝ ਸੱਜਣ ਨੇ, ਕੁਝ NGO ਵਾਲੇ ਵੀਰ ਨੇ, ਉਹ ਦੇ ਜਾਂਦੇ ਨੇ। ਸੋ ਇੱਦਾਂ ਦੇ ਮਾਂ-ਬਾਪ ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖੇ, ਪਰ ਮੈਨੂੰ ਜਦੋਂ ਪਤਾ ਲੱਗਿਆ ਸੀ, ਮੈਂ ਬਾਈ ਨਾਲ ਗੱਲਬਾਤ ਕਰਨ ਆਇਆ ਤਾਂ ਮੈਨੂੰ ਨਹੀਂ ਪਤਾ ਸੀਗਾ, ਪਰ ਵਾਕਈ ਕਾफ़ी ਸਾਰੀਆਂ ਚੀਜ਼ਾਂ ਮੈਂ ਦੇਖ ਚੁੱਕਿਆ, ਕਰ ਚੁੱਕਿਆ, ਪਰ ਅੱਜ ਤੱਕ ਨਹੀਂ। ਮੇਰਾ ਦਿਲ ਇੱਦਾਂ ਕਰਨ ਲੱਗਾ ਕਿ ਮੈਂ ਅੱਗੇ ਤੋਂ ਸਵਾਲ, ਮੇਰੇ ਤੋਂ ਜ਼ਿਆਦਾ ਸਵਾਲ ਨਹੀਂ ਪੁੱਛੇ ਗਏ, ਜੋ ਪੁੱਛਗਾ ਉਹ ਪੁੱਛਗਾ। ਜਦੋਂ ਬਾਈ ਨੇ ਬਹੁਤ ਸਾਰੀਆਂ ਗੱਲਾਂ ਇਹ ਜਿਹੀਆਂ ਕਹੀਆਂ ਤਾਂ ਆਪਦਾ ਦਿਲ ਟੁੱਟਿਆ ਕਿ ਮੈਂ ਹੁਣ ਅੱਗੇ ਕੀ ਪੁੱਛਾਂ। ਇੰਨੇ ਪੱਥਰ ਦਿਲ ਵੀ ਨਹੀਂ ਅਸੀਂ ਹੋ ਸਕਦੇ ਕਿ ਉਸ ਦੇ ਜ਼ਖਮਾਂ 'ਤੇ ਹੋਰ ਲੂਣ ਪਾਇਆ ਜਾਵੇ, ਕਿਉਂਕਿ ਮੈਂ ਸ਼ਾਇਦ ਇਸ ਨੂੰ ਲੂਣ ਸਮਝਦਾ ਕਿ ਮੈਂ ਬਾਈ ਦੇ ਜ਼ਖਮਾਂ 'ਤੇ ਲੂਣ ਪਾਇਆ ਹੈ। ਇੱਕ ਗੱਲ ਹੋਰ ਦੱਸੋ ਜੀ ਬਾਈ। ਜਿਵੇਂ ਕਿ ਨਾ ਕਈ ਭੈਣ ਭਰਾ ਆਉਂਦੇ ਆ, ਠੀਕ ਹੈ ਜੀ, ਅੱਜ ਹਲੇ ਨਾ ਜਾਣੀ ਕਿ 2 ਬਾਬਾ ਜੀ ਆਏ, ਜਾਣੀ ਵੀਰ ਜੀ ਆਏ ਸੀਗੇ, ਤੇ ਉਹ ਕਹਿੰਦੇ ਜੀ ਅਸੀਂ ਬਾਹਰ ਜਾਣਾ ਵਾ, ਬਸ ਸਾਡਾ ਵਧੀਆ ਉਹ ਆ ਜਾਵੇ ਬੈਂਡ। ਤੇ ਮੈਂ ਕਿਹਾ ਜੀ ਕੋਈ ਨਹੀਂ ਬਾਬਾ ਜੀ ਜ਼ਰੂਰ ਆਊਗਾ। ਫਿਰ ਬਾਬਾ ਜੀ ਕਹਿੰਦੇ ਮੇਰੀ ਅਰਦਾਸ ਕਰਦੀ ਵੀ ਮੈਂ ਚੱਲ ਵਧੀਆ ਬੈਂਡ ਆ ਜਾਵੇ, ਫਿਰ ਮੈਂ ਬਾਹਰ ਜਾਊਂਗਾ। ਮੈਂ ਫਿਰ ਉਹਨਾਂ ਦੀ ਅਰਦਾਸ ਕੀਤੀ, 7 ਬੈਂਡ ਆਈ। ਮੈਂ ਕਹਿੰਦਾ ਮਿਠਾਈ ਦਾ ਡੱਬਾ ਲੈ ਕੇ ਆ ਗਏ ਸੀਗੇ ਉਹਦੀ, ਕਹਿੰਦਾ ਬਾਬਾ ਜੀ ਮੇਰੇ 7 ਬੈਂਡ ਆਇਆ, ਹੁਣ ਮੈਂ ਚੱਲ ਜੂੰਗਾ ਬਾਹਰ, ਤੁਸੀਂ ਆ ਲਓ ਮਿਠਾਈ ਖਾਓ, ਮੂੰਹ ਮਿੱਠਾ ਕਰੋ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਬਾਬਾ ਜੀ ਹੋਰ ਸੀਗੇ, ਉਹ ਕਹਿੰਦੇ ਬਸ ਅਸੀਂ ਬਾਹਰ ਜਾਣਾ, ਬਾਹਰ ਜਾ ਕੇ ਸਾਨੂੰ ਕੋਈ ਵਧੀਆ ਕੰਮ ਲੱਭ ਜਾਵੇ। ਉਹਨਾਂ ਲਈ ਵੀ ਅਰਦਾਸ ਕੀਤੀ, ਉਹ ਵੀ ਸਾਨੂੰ ਫੋਨ ਕਰਕੇ ਕਹਿੰਦੇ ਵਧੀਆ ਕੰਮ ਲੱਗ ਗਿਆ। ਫਿਰ ਇੱਕ ਮਾਤਾ ਜੀ ਸੀਗੇ, ਤੇ ਇੱਕ ਮਾਤਾ ਜੀ ਮੈਨੂੰ ਉੱਥੇ ਮਿਲੇ, ਤੇ ਉਹ ਮਾਤਾ ਜੀ ਕਹਿੰਦੇ ਕਿ ਮੇਰਾ ਪੁੱਤ ਬਾਹਰ ਗਿਆ ਹੈ, ਤੇ ਉਹਨਾਂ ਵਾਸਤੇ ਅਰਦਾਸ ਕਰਿਓ ਕਿ ਉਹਨਾਂ ਦਾ ਮੈਡੀਕਲ ਟੈਸਟ ਹੋਣਾ ਵਾ, ਉਸ ਤੋਂ ਬਾਅਦ ਜੇ ਟੈਸਟ ਦੇ ਵਿੱਚ ਵਧੀਆ ਆਏ ਫਿਰ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਜੂਗੀ ਉੱਥੇ। ਫਿਰ ਮਾਤਾ ਨੂੰ ਕਿਹਾ ਮਾਤਾ ਜੀ ਸਭ ਕੁਝ ਵਧੀਆ ਹੈ, ਤੇ ਉਹਨਾਂ ਦੀ ਅਰਦਾਸ ਕੀਤੀ, ਉਹਨਾਂ ਨੂੰ ਵਧੀਆ ਜਦੋਂ ਮੈਡੀਕਲ ਟੈਸਟ ਹੋ ਗਿਆ ਉਹ ਹੋ ਗਿਆ, ਠੀਕ ਹੈ, ਕੰਮ ਮਿਲ ਗਿਆ ਉਹਨਾਂ ਨੂੰ। ਫਿਰ ਮਾਤਾ ਜੀ ਮੈਨੂੰ ਅਗਲੇ ਦਿਨ ਮਿਲੇ, ਫਿਰ ਮੈਨੂੰ ਸੇਵਾ ਦੇਣ ਲੱਗ ਗਏ। ਮੈਂ ਕਿਹਾ ਨਹੀਂ ਮਾਤਾ ਜੀ ਤੁਸੀਂ ਬਸ ਮੈਨੂੰ ਕਹੋ ਜੋ ਚੀਜ਼ ਕਹਿਣਾ, ਜਾਣੀ ਕਿ ਹੁਣ ਜੇ ਇੰਨੀ ਬਾਬੇ, ਪਹਿਲੀ ਗੱਲ ਇਹ ਦੱਸੀ ਬਾਬਾ ਜਾਣੀ ਕਿ ਜਿਹੜੇ ਅੱਧੇ ਬੰਦੇ ਨਾ ਉਹਨਾਂ ਦੀ ਸਭ ਤੋਂ ਪਹਿਲਾਂ ਸੁਣਦੇ ਆ, ਜਿਵੇਂ ਮੇਰੇ ਵਰਗੇ ਕਈ ਭੈਣ ਭਰਾ ਬੈਠੇ ਹੋਣਗੇ, ਉਹਨਾਂ ਦੀ ਸਭ ਤੋਂ ਪਹਿਲੇ ਸੁਣਦੇ ਆ, ਕਿਉਂ ਬਈ ਉਹਨਾਂ ਨੂੰ ਹੁਣ ਉਹ ਕਮਾ ਨਹੀਂ ਸਕਦੇ, ਕੁਛ ਨਹੀਂ ਕਰ ਸਕਦੇ, ਪਰ ਹਾਂ ਦਿਲ ਵਿੱਚ ਜਜ਼ਬਾ ਹੋਏ ਨਾ ਬਹੁਤ ਕੁਝ ਕਰ ਲੈਣਗੇ। ਆਹ ਦੇਖੋ ਚਾਦਰ ਮੈਂ ਵਿਛਾਇਆ ਹੋਇਆ, ਚਾਦਰ ਮੈਂ ਵਿਛਾਈ ਆ, ਝਾੜੂ ਮੈਂ ਲਾਉਣਾ, ਠੀਕ ਹੈ, ਸਭ ਕੁਝ ਮੈਂ ਹੀ ਕਰਦਾ ਕੰਮ। ਇੱਥੇ ਮੇਰੇ ਨਾਲ ਹੋਰ ਵੀ ਬਾਬਾ ਹੀ ਰਹਿੰਦੇ ਆ, ਪਰ ਉਹ ਕਦੇ ਕਦੇ ਨਹੀਂ ਕਰਦੇ, ਉਹ ਲੇਟ ਆਉਂਦੇ, ਤਾਂ ਕਰਕੇ ਮੈਂ ਸਾਰਾ ਸਾਫ਼ ਸਫਾਈ ਮੈਂ ਹੀ ਕਰਦਾ। ਨਹੀਂ ਦੇਖੋ ਜੇ ਬੰਦਾ ਆਪਣੇ ਬੰਦੇ ਉੱਪਰ ਆਪਣੇ ਉਹ ਜਜ਼ਬਾ ਹੋਵੇ ਬਈ ਮੈਂ ਕਰ ਲੂੰਗਾ ਤਾਂ ਉਹ ਬੰਦਾ ਕਰਕੇ ਰਹੂਗਾ ਹੀ। ਹਾਂਜੀ ਕਿਆ ਬਾਤ ਹੈ, ਬਹੁਤ ਚੰਗਾ ਲੱਗਿਆ ਯਾਰ ਇਹ ਸੁਣ ਕੇ, ਗੱਲਾਂ ਸੁਣ ਕੇ, ਕਿ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਲੱਗਦਾ ਕਈ ਵਾਰ ਸਾਡੇ ਸਾਰੇ ਅੰਗ ਨੇ ਜੋ ਪੂਰੇ ਹੁੰਦੇ ਹੋਏ ਵੀ ਅਸੀਂ ਕੰਮਾਂ ਤੋਂ ਭੱਜਦੇ ਹਾਂ, ਚੀਜ਼ਾਂ ਤੋਂ ਭੱਜਦੇ ਹਾਂ ਕਿ ਮੈਂ ਇੰਨੀ ਕਰਨਾ, ਮੇਰੇ ਤੋਂ ਨਹੀਂ ਹੋਣਾ, ਮੈਂ ਆਹ ਨਹੀਂ ਕਰ ਸਕਦਾ, ਮੈਂ ਉਹ ਨਹੀਂ ਕਰ ਸਕਦਾ। ਸ਼ਾਇਦ ਇਹ ਬਾਈ ਉਹਨਾਂ ਵਾਸਤੇ ਇੱਕ ਸੁਨੇਹਾ, ਇੱਕ ਸਾਡੇ ਸੁਨੇਹਾ ਦੀ ਟੀਮ ਹੈ, ਜਿਵੇਂ ਇੱਕ ਸੁਨੇਹਾ ਲੈ ਕੇ ਆਈ ਹੈ ਕਿ ਵਾਕਈ ਇਹ ਇੱਕ ਸੁਨੇਹਾ ਉਹਨਾਂ ਨੌਜਵਾਨਾਂ ਵਾਸਤੇ, ਮੇਰੇ ਵਰਗਿਆਂ ਵਾਸਤੇ ਜਿਹੜੇ ਘਰੇ ਬੈਠੇ ਕਹਿੰਦੇ ਨੇ ਯਾਰ ਮੇਰੇ ਤੋਂ ਆ ਨਹੀਂ ਹੁੰਦਾ, ਤਾਂ ਨੌਜਵਾਨ ਦੇ ਲੱਤਾਂ ਬੇਸ਼ੱਕ ਦੀ ਨਹੀਂ, ਇੱਕ ਹੱਥ ਵੀ ਪੂਰੀ ਤਰ੍ਹਾਂ ਮੰਨ ਲੈਂਦੇ ਵੀ ਨਹੀਂ ਹੈਗਾ, ਪਰ ਫਿਰ ਵੀ ਸਾਰੇ ਕੰਮ ਕਾਜ ਕਰਨੇ, ਹੋਰ ਜਿਹੜਾ ਸੇਵਾ ਕਰਨੀ ਬਹੁਤ ਮੁਸ਼ਕਿਲ ਹੈ। ਬਹੁਤ ਸਾਰੀਆਂ ਚੀਜ਼ਾਂ ਅੱਜ ਮਨਦੀਪ ਨੂੰ ਮਿਲ ਕੇ ਸਿੱਖੀਆਂ। ਸੋ ਮਾਂ ਬਾਪ ਨੂੰ ਇੱਦਾਂ ਦਾ ਨਹੀਂ ਹੋਣਾ ਚਾਹੀਦਾ, ਕਿਤੇ ਨਾ ਕਿਤੇ ਮਾਂ ਬਾਪ ਇੱਦਾਂ ਦੇ ਦੇਖਣ ਨੂੰ ਮਿਲੇ, ਸੁਣਨ ਨੂੰ ਮਿਲੇ ਕਿ ਅੱਜ ਯਕੀਨ ਨਹੀਂ ਹੋ ਰਿਹਾ ਕਿ ਪੈਸੇ ਦੇ ਕਾਰਨ, ਕਿਉਂਕਿ ਜਿੰਨਾ ਚਿਰ ਉਹ ਕਮਾਉਂਦਾ ਸੀਗਾ ਤਾਂ ਓਨਾ ਸਮਾਂ ਉਸ ਦਾ ਪਰਿਵਾਰ ਸੀ, ਜਿਸ ਦਿਨ ਉਸ ਦੇ ਹੱਥੋਂ ਪੈਸਾ ਗਿਆ ਤਾਂ ਉਸ ਦੇ ਹੱਥੋਂ ਸਭ ਕੁਝ ਚਲਾ ਗਿਆ, ਜਿਵੇਂ ਮਨਦੀਪ ਨੇ ਕਿਹਾ। ਸੋ ਇੱਦਾਂ ਦੀ ਹੋਰ ਅਪਡੇਟ ਵੀ ਦਿੰਦੇ ਰਹਾਂਗੇ। ਮੈਂ ਜਸਪ੍ਰੀਤ, ਕੈਮਰਾਮੈਨ ਹਰਦੀਪ ਦੇ ਨਾਲ। ਦੇਖਦੇ ਰਹੋ ਸਨੇਹਾ TV।